सके अथ चरण गुर अमर कबल रै हथ पर सके अथ हथ लग है गुर अमर पै जी ही पर सके अथ जी ही गुर अमर बणिजै नैन पर सके अथ नैन गुर अमर बिखिजै श्रवण पर सके अथ श्रवण गुर अमर सुनिजै सके अथ सोहियो जित ही बसै गुर अमर दास निज जगत पित सके अथ सो सिर जालक भणै जो सिर निवै गुर अमर नित बलिहारी गुर अपने व्योहाड़ी सदवार जिन मानस ते देवते किए करत ना लागी वार सतनाम श्री वाहिगुरु साहिब जी पाता पढ़िया आखिए विद्या विचर सहज सुभाए विद्या सुध तत लहै राम नाम लिव लाए पाता पढ़िया आखिए विद्या विचर सहज सुभाए विद्या सुध तत लहै राम नाम लिव लाए मनमुख विद्या विकृता बिख फटे बिख खाए मूर्ख शब्द ना चीनै सूझ बूझ नहीं आए मनमुख विद्या विकृता बिख फटे बिख खाए मूर्ख शब्द ना चीनै सूझ बूझ नहीं खाए वाहिगुरू का खालसा वाहिगुरू जी की फतेह। दसां पातशाहियां दी जोत तख्त चौर छत्र दे मालक धन श्री गुरु ग्रंथ साहिब जी महाराज सतगुरां दी महान बख्शिश रहमत दा सदका जगत गुरु धन धन श्री गुरु नानक देव साहिब जी महाराज सतगुरां दी पावन पवित्र स्थान सचखंड दरबार श्री वेद साहिब जी विखे अमृत वेले के सजे हुए सुंदर दीवान की हाजरी भर लगी गुरु की साजी नवाजी हुई साध संगत जी सतगुरां ने कृपा की है सत संगत का अमूलक सुभागा समा बख्शिश किया है। लड़ीवार रूप विच दखनी ओंकार बाणी द्वारा जगत गुरु पहले पातशाह धन धन श्री गुरु नानक देव साहिब जी महाराज पावन उपदेश बख्शिश कर रहे हैं। जिस पावन पौड़ी का पाठ श्रवण किया है
ਇਹ 53ਵੀਂ ਪੌੜੀ ਹੈ, 53 ਨੰਬਰ ਵਾਲੀ ਪੌੜੀ, ਜੋ 937 ਅੰਕ ਤੋਂ ਆਰੰਭ ਹੋ ਕੇ 938 ਅੰਕ ਤੇ ਸੰਪੂਰਨ ਹੁੰਦੀ ਹੈ। ਸਾਧ ਸੰਗਤ ਜੀ, ਕੱਲ ਸਰਬੱਤ ਗੁਰੂ ਕੇ ਪੰਚ ਨੇ, ਗੁਰੂ ਦੀਆਂ ਸੰਗਤਾਂ ਨੇ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ 543ਵਾਂ ਪ੍ਰਕਾਸ਼ ਗੁਰਪੁਰਬ ਮਨਾਇਆ ਹੈ, ਜਿੱਥੇ ਮਹਾਰਾਜ ਸਾਹਿਬ ਜੀ ਦੇ ਉਸ ਪਾਵਨ ਨਗਰ ਬਾਸਰ ਕੇ ਨਗਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ, ਜਿੱਥੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕੱਲ ਨਗਰ ਕੀਰਤਨ ਕਰਕੇ ਦੀਵਾਨ ਸੱਜ ਕੇ ਸ੍ਰੀ ਗੋਇੰਦਵਾਲ ਸਾਹਿਬ ਜੀ ਮਹਾਰਾਜ ਦਾ ਪੁਰਬ ਮਨਾਇਆ ਗਿਆ, ਅਤੇ ਸਾਰੇ ਇਤਿਹਾਸਕ ਸਥਾਨਾਂ ਤੇ ਔਰ ਬਾਕੀ ਸਭ ਸਥਾਨਾਂ ਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਤੀਜੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ। ਕੱਲ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਬਹੁਤ ਹੀ ਸਤਿਕਾਰਯੋਗ ਮਹਾਂਪੁਰਖਾਂ ਨੇ ਗਰੀਬ ਨਵਾਜ਼ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਪਵਿੱਤਰ ਅੰਮ੍ਰਿਤ ਬਚਨ ਸਾਨੂੰ ਸਰਵਣ ਕਰਵਾਏ ਸਨ। ਕੁਝ ਬੇਨਤੀਆਂ ਮਹਾਰਾਜ ਸਾਹਿਬ ਜੀ ਦੇ ਪਾਵਨ ਜੀਵਨ ਵਿੱਚੋਂ ਸਾਂਝੀਆਂ ਕਰਕੇ ਫਿਰ ਲੜੀਵਾਰ ਅੰਮ੍ਰਿਤ ਬਾਣੀ ਦੇ ਪਵਿੱਤਰ ਉਪਦੇਸ਼ ਨਾਲ ਜੁੜਦੇ ਹਾਂ। ਭੱਟ ਸਾਹਿਬਾਨਾਂ ਨੇ ਤੀਜੇ ਪਾਤਸ਼ਾਹ ਦੇ ਸੰਬੰਧ ਵਿੱਚ ਇਹ ਵਚਨ ਉਚਾਰਨ ਕੀਤੇ ਹਨ। ਆਪ ਨਰਾਇਣ ਕਲਾ ਧਾਰ, ਜਗ ਮਹਿ ਪਰਵਰਿਆ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਆ, ਜਹ ਕਹਿ ਤਹ ਭਰਪੂਰ, ਸ਼ਬਦ ਦੀਪਕ ਦੀਪ ਆਇਆ, ਜਿਹ ਸਿੱਖਿਆ ਸੰਗ੍ਰਹਿ ਤਤ ਹਰ ਚਰਨ ਮੇ ਲਾਇਆ। ਇਹ ਸਵਈਆ ਜੋ ਸਵਈਏ ਮਹੱਲੇ ਤੀਜੇ ਕੇ ਹਨ, ਉਹਨਾਂ ਦੇ ਵਿੱਚੋਂ ਇਹ ਤੀਜੇ ਪਾਤਸ਼ਾਹੀ ਦੀ ਮਹਿਮਾ ਵਿੱਚ ਭੱਟ ਸਾਹਿਬਾਨਾਂ ਨੇ ਉਚਾਰਨ ਕੀਤਾ ਕਿ ਆਪ ਨਾਰਾਇਣ ਪਰਮੇਸ਼ਰ ਨੇ ਜੋ ਸਾਰੀਆਂ ਕਲਾ ਸ਼ਕਤੀਆਂ ਨੂੰ ਧਾਰਨ ਵਾਲੇ ਹਨ, ਉਹਨਾਂ ਨੇ ਕਲਾ ਧਾਰ ਕੇ ਇਸ ਜੱਗ ਦੇ ਵਿੱਚ ਪ੍ਰਗਟ ਹੋਣਾ ਕੀਤਾ। ਨਿਰੰਕਾਰ ਨੇ ਆਕਾਰ ਧਾਰਿਆ, ਆਪਣੀ ਜੋਤ ਨੂੰ ਜਗ ਮੰਡਲ ਵਿੱਚ ਪ੍ਰਗਟ ਕੀਤਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਰੂਪ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਲਿਖਦੇ ਹੋ, ਮਹਾਰਾਜ ਸਾਹਿਬ ਵਿਕਰਮੀ ਸੰਮਤ 1536 ਵੈਸਾਖ ਸੁਦੀ 1400 ਵੈਸਾਖ ਸੁਦੀ 14 ਜਿਹਨੂੰ ਆਮ ਆਪਾਂ 14 ਵੀ ਕਹਿੰਦੇ ਹਾਂ, ਭਾਵ ਪੁੰਨਿਆ ਤੋਂ ਇੱਕ ਦਿਨ ਪਹਿਲਾਂ ਵੈਸਾਖ ਸੁਦੀ 14 ਬਣਦੀ ਹੈ। ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ ਤੇ ਕੱਲ ਉਹ ਦਿਨ ਸੀ। ਮਹਾਰਾਜ 1536 ਵਿਕਰਮੀ 1479 ਈਸਵੀ ਸਨ ਨੂੰ 5 ਮਈ ਨੂੰ ਬਾਸਰ ਕੇ ਨਗਰ ਦੇ ਵਿੱਚ ਧੰਨ ਧੰਨ ਪਿਤਾ ਬਾਬਾ ਤੇਜ ਭਾਣ ਜੀ, ਧੰਨ ਧੰਨ ਮਾਤਾ ਲక్ష్ਮੀ ਜੀ, ਇਹਨਾਂ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਆਪ ਜੀ ਬਾਸਰ ਕੇ ਨਗਰ ਦੇ ਵਿੱਚ ਹੀ ਰਹੇ। ਮਹਾਰਾਜ ਸਾਹਿਬ ਜੀ ਨੇ ਧਰਮ ਦੀ ਕਿਰਤ ਕੀਤੀ, ਵਪਾਰ ਵੀ ਕੀਤਾ ਕੁਝ ਸਮਾਂ, ਔਰ ਆਪ ਜੀ ਦਾ ਵਿਆਹ ਆਨੰਦ ਕਾਰਜ ਸਨਖਤਰੇ ਨਗਰ ਦੇ ਵਿੱਚ ਹੋਇਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਦੋ ਸਾਹਿਬਜ਼ਾਦੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਦੋ ਸਪੁੱਤਰੀਆਂ ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਪ੍ਰਗਟ ਹੋਏ। ਔਰ ਆਪ ਜੀ ਨੇ ਫਿਰ ਗੰਗਾ ਦੀ ਯਾਤਰਾ ਵੀ ਕੀਤੀ 20 ਵਾਰ। ਉਹ ਵੀ ਇਸ ਕਰਕੇ ਇਹ ਮਹਾਰਾਜ ਦਾ ਕੌਤਕ ਸੰਸਾਰ ਨੂੰ ਦੱਸਣ ਵਾਸਤੇ ਕਿ ਜੇ ਗੁਰੂ ਨਾ ਧਾਰਨ ਕਰੀਏ
ਤੇ ਫਿਰ ਤੀਰਥ ਯਾਤਰਾ ਵੀ ਫਲਦੀ ਨਹੀਂ ਹੈ, ਸਫਲ ਨਹੀਂ ਹੁੰਦੀ। ਫਿਰ ਬੀਬੀ ਅਮਰੋ ਜੀ ਦੇ ਰਾਹੀਂ ਬਿਰਧ ਅਵਸਥਾ ਦੇ ਵਿੱਚ 1597 ਵਿਕਰਮੀ ਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣਾ ਤੇ ਮਹਾਰਾਜ ਸਾਹਿਬ ਜੀ ਨੇ ਇੱਕ ਖੇਸ ਦੇ 5 ਪੈਸੇ ਰੱਖ ਕੇ ਮਿਲਣੀ ਕਰਨੀ ਚਾਹੀ ਕਿ ਸਾਡੇ ਕੁੜਮ ਦੇ ਭਰਾ ਆਏ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਪੁੱਤਰੀ ਬੀਬੀ ਅਮਰੋ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਭਰਾਤਾ ਦੇ ਪੁੱਤਰ ਦੇ ਨਾਲ ਵਿਆਹੇ ਹੋਏ ਸਨ, ਭਾਵ ਭਤੀਜੇ ਦੇ ਨਾਲ ਵਿਆਹੇ ਹੋਏ ਸਨ। ਇਸ ਕਰਕੇ ਕੁੜਮ ਦੇ ਭਰਾ ਮਹਾਰਾਜ ਸਾਹਿਬ ਜੀ ਦੇ ਫਿਰ ਕੁੜਮੀ ਲੱਗੇ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜੋ ਕੁੜਮ ਸਨ, ਉਹਨਾਂ ਦੇ ਭਰਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ 5 ਪੈਸੇ ਖੇਸ ਦੇ ਰੱਖ ਕੇ ਮਿਲਣੀ ਕਰਨੀ ਚਾਹੀਦੀ, ਆਪ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ, ਰਿਸ਼ਤੇਦਾਰ ਬਣ ਕੇ ਨਹੀਂ ਆਇਆ, ਮੈਨੂੰ ਆਪਣਾ ਸਿੱਖ ਆਪਣਾ ਸੇਵਕ ਬਣਾ ਲਓ। ਕਰਨਾ ਤੇ ਢਹਿ ਪਏ। ਸਰੀਰ ਕਾਰਬਲਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਨਾਲ 25 ਸਾਲ ਵੱਡੀ ਹੈ। ਸਰੀਰਕ ਉਮਰ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤੀਜੇ ਪਾਤਸ਼ਾਹ ਨਾਲੋਂ 25 ਸਾਲ ਛੋਟੇ ਹਨ। ਜਦੋਂ ਆਪ ਚਰਨਾਂ ਤੇ ਢਹਿ ਪਏ, ਦੋਨਾਂ ਬਾਹਾਂ ਤੋਂ ਫੜ ਕੇ ਉਠਾਇਆ, ਗਲ ਵੱਖਰੀ ਵਿੱਚ ਲਿਆ, ਪਿਆਰ ਕੀਤਾ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਤੇ ਆਖ ਦਿੱਤਾ ਪੁਰਖਾ ਗਾਗਰ ਲੈ ਲਓ ਤੇ ਬਿਆਸ ਦਰਿਆ ਦੇ ਵਿੱਚੋਂ ਜਲ ਭਰ ਕੇ ਲਿਆਇਆ ਕਰੋ, ਸਾਡਾ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਾਇਆ। ਹਰ ਰੋਜ਼ ਫਿਰ ਬਿਆਸ ਦਰਿਆ ਤੋਂ ਜਲਦੀ ਗਾਗਰ ਲੈ ਕੇ ਆਉਣੀ, ਮਹਾਰਾਜ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ। 12 ਸਾਲ ਸੇਵਾ ਕੀਤੀ, ਹਾੜ ਸਿਆਲ ਗਰਮੀ ਸਰਦੀ ਮੀਂਹ ਹਨੇਰੀ, ਪਰ ਸੇਵਾ ਦੇ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ। ਔਰ ਆਖਰੀ 12ਵੇਂ ਸਾਲ ਦੇ ਅਖੀਰਲੇ ਦਿਨ ਜਦੋਂ ਆਪ ਜਲਦੀ ਗਾਗਰ ਲੈ ਕੇ ਆ ਰਹੇ ਸੀ, ਅੰਮ੍ਰਿਤ ਵੇਲਾ ਸਵਾ ਪਹਿਰ ਦੇ ਤੜਕੇ ਖਡੂਰ ਸਾਹਿਬ ਵਿੱਚ ਪਹੁੰਚ ਗਏ। ਗੁਰੂ ਘਰ ਦੇ ਨੇੜੇ ਜੁਲਾਏ ਦਾ ਘਰ ਸੀ, ਜੁਲਾਇਆ ਪਰਿਵਾਰ। ਉਹ ਖੱਡੀ ਲਾਈ ਹੋਈ ਕਿਲੇ ਨਾਲ ਲੜ ਕਰਕੇ ਮਹਾਰਾਜ ਜਦੋਂ ਡਿੱਗੇ, ਗਾਗਰ ਨਹੀਂ ਡਿੱਗਣ ਦਿੱਤੀ। ਖੜਕਾ ਆਇਆ, ਜੁਲਾਏ ਨੇ ਪੁੱਛਿਆ ਬਾਹਰੋਂ ਆਵਾਜ਼ ਕਾਹਦੀ ਆਈ ਹੈ, ਤੇ ਘਰ ਵਾਲੀ ਨੇ ਆਖਿਆ ਜੁਲਾਈ। ਮਹਾਰਾਜ ਦਾ ਅੱਧਾ ਨਾਂ ਲੈ ਕੇ ਉਹੀ ਹੋਣਾ ਨਿਮਾਣਾ ਨਿਥਾਵਾਂ, ਨਿਥਾਵਾਂ ਜਿਹਨੂੰ ਥਾਂ ਕਿਤੇ ਨਹੀਂ, ਜਿਹੜਾ ਇੱਧਰ ਉੱਧਰ ਤੁਰਿਆ ਫਿਰਦਾ। ਜਦੋਂ ਮਹਾਰਾਜ ਦੇ ਸਰਵਣਾ ਦੇ ਵਿੱਚ ਆਵਾਜ਼ ਪਈ ਨਿਥਾਵਾਂ, ਸਤਿਗੁਰੂ ਕਹਿੰਦੇ ਚੱਲ ਗਏ, ਮੈਂ ਤੇ ਥਾਂ ਵਾਲਾ ਹਾਂ। ਜਿਹਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਵਿੱਚ ਥਾਂ ਮਿਲ ਜਾਵੇ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ, ਉਹ ਨਿਥਾਵਾਂ ਨਹੀਂ ਹੁੰਦਾ। ਮੈਂ ਤੇ ਥਾਂ ਵਾਲਾ। ਉਹ ਚੱਲ ਗਏ, ਬਚਨ ਕਹਿਣ ਦੀ ਦੇਰ ਸੀ, ਉਹਨੂੰ ਝੱਲ ਪੈ ਗਿਆ, ਕਮਲੀ ਹੋ ਗਈ, ਆਪਣੇ ਬਸਤਰ ਪਾੜਨ ਲੱਗ ਪਏ। ਘਰ ਵਾਲੇ ਨੇ ਸੰਭਾਲ ਕੇ ਰੱਖਿਆ। ਦਿਨ ਚੜ੍ਹੇ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਇਆ। ਰਾਤ ਦੀ ਸਾਰੀ ਵਾਰਤਾ ਦੱਸੀ, ਜੋ ਕੁਝ ਹੋਇਆ। ਮਹਾਰਾਜ ਆਪ ਜੀ ਦੇ ਸੇਵਕ ਨੇ ਕੋਈ ਬੋਲ ਦਿੱਤਾ, ਮੇਰੇ ਘਰ ਵਾਲੀ ਝੱਲੀ ਹੋ ਗਈ। ਸਤਿਗੁਰੂ ਕਹਿਣ ਲੱਗੇ ਕਿ ਤੁਸੀਂ ਵੀ ਕੁਝ ਆਖਿਆ ਹੋਵੇਗਾ। ਉਹਨਾਂ ਦੱਸਿਆ ਵੀ ਇਸ ਤਰ੍ਹਾਂ ਇਹਨੇ ਅੱਧਾ ਕੁ ਨਾਂ ਲੈ ਕੇ ਜਿੰਨ ਥਾਵਾਂ ਆਖਿਆ ਸੀ। ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਤੇ ਜੁਲਾਹੇ ਦੇ ਘਰ ਵਾਲੀ ਨੂੰ ਤੰਦਰੁਸਤ ਕੀਤਾ। ਉਸ ਨੂੰ ਫਿਰ ਪੈਸੇ ਦੇ ਕੇ ਉਹ ਜ਼ਮੀਨ ਜਿਹੜੀ ਖੱਡੀ ਵਾਲੀ ਧਰਤੀ ਸੀ ਉਹ ਖਰੀਦ ਲਈ, ਦੂਜੇ ਥਾਂ ਤੇ ਉਹਨੂੰ ਥਾਂ ਲੈ ਕੇ ਦਿੱਤਾ। ਇਹ ਸਤਿਗੁਰੂ ਗਰੀਬ ਨਵਾਜ ਨੇ ਫਿਰ ਗੁਰਸਿੱਖਾਂ ਨੂੰ ਆਖਿਆ, ਅੱਜ ਭਾਈ ਅਸੀਂ ਆਪਣੇ ਸੇਵਕ ਨੂੰ ਗੁਰਿਆਈ ਦੇਣੀ। ਇਹ 1552 ਈਸਵੀ ਸਨ ਤੇ 1609 ਵਿਕਰਮੀ ਸੰਵਤ ਸੀ। ਸਾਰੀਆਂ ਸੰਗਤਾਂ ਦਾ ਇਕੱਠ ਹੋਇਆ ਖਡੂਰ ਸਾਹਿਬ। ਬਾਬਾ ਬੁੱਢਾ ਸਾਹਿਬ ਜੀ ਹਾਜ਼ਰ ਹਨ। ਮਹਾਰਾਜ ਸਾਹਿਬ ਨੇ ਜਲਦੀ ਟਾਈਮ ਮੰਗਾਇਆ, ਕਹਿਣ ਲੱਗੇ ਪੁਰਖਾ ਕੇ 12 ਸਾਲ ਵਿੱਚ ਸਾਡਾ ਇਸ਼ਨਾਨ ਕਰਾਇਆ ਹੈ, ਅੱਜ ਅਸੀਂ ਤੁਹਾਡਾ ਇਸ਼ਨਾਨ ਕਰਾਵਾਂਗੇ। ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਨਾਲ ਲੈ ਕੇ ਆਪ ਇਸ਼ਨਾਨ ਕਰਾਇਆ। ਨਵੇਂ ਬਸਤਰ ਪਵਾਏ, ਸੀਸ ਤੇ ਸੋਹਣਾ ਦਸਤਾਰਾ ਸਜਾਇਆ।
12 ਸਿਰੋਂ ਪਾਉ ਸੀਸ ਤੇ ਸੌਂਪਦੇ ਸਨ। 1 ਸਾਲ ਦੀ ਸੇਵਾ ਤੋਂ ਬਾਅਦ ਸਵਾ ਗਾਈ ਦਾ 1 ਸਿਰੋਂ ਪਾਉ ਦਿਆ ਕਰਦੇ ਸੀ ਮਹਾਰਾਜ। 12 ਸਾਲਾਂ ਦੇ 12 ਸਿਰੋਂ ਪਾਉ ਸੀਸ ਤੇ ਸੋਭਾ ਪਾਉਂਦੇ ਸਨ ਆਪ ਜੀ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ 5 ਪੈਸੇ ਨਾਲੀਅਰ ਲੈ ਕਰਕੇ ਪ੍ਰਕਰਮਾ ਕਰਕੇ ਮੱਥਾ ਟੇਕਿਆ। ਬਾਬਾ ਬੁੱਢਾ ਸਾਹਿਬ ਤੋਂ ਗੁਰਿਆਈ ਦਾ ਤਿਲਕ ਲਵਾਇਆ ਤੇ ਫਿਰ ਵਰਦਾਨ ਦਿੱਤੇ। ਆਖਿਆ ਗੁਰੂ ਅਮਰਦਾਸ ਸਾਹਿਬ ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਸਾਹਿਬ ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪੱਤ, ਭੰਨਣ ਘੜਨ ਸਮਰੱਥ, ਰਿਜਕ ਦੀ ਕੁੰਜੀ ਤੇਰੇ ਹੱਥ, ਪੁਰਖਾ ਜੀ ਤੁਸੀਂ ਧੰਨ ਹੋ। ਐਸੀਆਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਕੀਤੀਆਂ। ਗੁਰਤਾ ਗੱਦੀ ਤੇ ਸੋਹਣੀ ਹੋਣ ਤੋਂ 3 ਸਾਲ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਬਚਨਾਂ ਦੇ ਨਾਲ ਜਦੋਂ ਗੋਂਦਾ ਖੱਤਰੀ ਆਇਆ ਸੀ ਮਹਾਰਾਜ ਦੇ ਚਰਨਾਂ ਵਿੱਚ ਗੋਂਦਾ ਪ੍ਰਵਾਹ, ਉਹਨੇ ਆਖਿਆ ਸੀ ਮਹਾਰਾਜ ਬਿਆਸ ਦਰਿਆ ਦੇ ਕੰਢੇ ਤੇ ਨਗਰ ਵਸਾਉਂਦੇ ਆ, ਜਿਹਨੇ ਕੰਧਾਂ ਉਸਾਰਦੇ ਆ ਰਾਤ ਨੂੰ ਡਿੱਗ ਜਾਂਦੀਆਂ, ਕੋਈ ਗੁਪਤ ਰੂਹਾਂ ਦਾ ਵਾਸਾ ਹੈ, ਕੋਈ ਭੂਤ ਪ੍ਰੇਤਾਂ ਦਾ ਵਾਸਾ। ਮਹਾਰਾਜ ਕਹਿੰਦੇ ਕੀ ਕਾਰਨ ਕਿ ਤੂੰ ਕੋਈ ਇਸ ਤਰ੍ਹਾਂ ਦਾ ਕਰਮ ਕੀਤਾ ਹੋਵੇਗਾ ਪਾਪ। ਆਖਿਆ ਜੀ ਜ਼ਮੀਨ ਦਾ ਝਗੜਾ ਚੱਲਦਾ ਸੀ ਤੇ ਫਿਰ ਮੈਂ ਝੂਠੀ ਉੱਥੇ ਸਹੁੰ ਖਾਧੀ ਸੀ, ਇਹ ਉਹ ਕਸਮ ਖਾ ਲਈ ਸੀ, ਇਸ ਤਰੀਕੇ ਨਾਲ ਮੇਰੇ ਤੋਂ ਪਾਪ ਹੋਇਆ ਸੀ ਕਿ ਉਹ ਮੁਕੱਦਮਾ ਮੇਰੇ ਹੱਕ ਵਿੱਚ ਹੋ ਗਿਆ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਸਮਝਾਇਆ, ਸਿੱਖਿਆ ਦਿੱਤੀ ਕਿ ਭਾਈ ਕਸਮ ਕਿਸੇ ਪ੍ਰਕਾਰ ਨਹੀਂ ਖਾਣੀ ਚਾਹੀਦੀ। ਉਹਨੇ ਤਰਲੇ ਪਾਏ, ਮਹਾਰਾਜ ਹੁਣ ਕਿਰਪਾ ਕਰੋ, ਮੈਂ ਧਰਮਸ਼ਾਲਾ ਨੂੰ ਵੀ ਜ਼ਮੀਨ ਦੇਵਾਂਗਾ। ਫਿਰ ਆਪਣੇ ਸੇਵਕ ਧੰਨ ਸ੍ਰੀ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਇਹ 1606 ਬਿਕਰਮੀ ਸੰਮਤ 'ਚ ਭੇਜਿਆ ਸੀ ਹੱਥ ਦੀ ਸੋਟੀ ਦੇ ਕੇ। ਪੁਰਖਾ ਜਿੱਧਰ ਨੂੰ ਜਾਓਗੇ ਸਭ ਗੁਪਤ ਰੂਹਾਂ ਇਸ ਸੋਟੀ ਦੇ ਵਿੱਚੋਂ ਸੇਕ ਪਵੇਗਾ ਤੇ ਉਹ ਭੂਤ ਪ੍ਰੇਤ ਇੱਥੋਂ ਭੱਜ ਜਾਣਗੇ। ਮਹਾਰਾਜ ਬਾਣੀ 'ਚ ਵੀ ਕਹਿੰਦੇ ਨਾ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਟ, ਤੇ ਉਹ ਫਿਰ ਸਾਰੀਆਂ ਗੁਪਤ ਰੂਹਾਂ ਉੱਥੋਂ ਦੌੜ ਗਈਆਂ। ਭਾਈ ਗੋਂਦੇ ਨੂੰ ਨਾਲ ਲੈ ਕਰਕੇ ਅਰਦਾਸ ਬੇਨਤੀ ਕਰਕੇ ਤੇ ਨਗਰ ਦੀ ਮੋਹੜੀ ਕੱਢੀ ਤੇ ਨਾਮ ਨਗਰ ਦਾ ਗੋਇੰਦਵਾਲ ਸਾਹਿਬ ਰੱਖਿਆ। ਜਦੋਂ ਆਪ ਜੀ ਗੁਰਤਾ ਗੱਦੀ ਤੇ ਸੋਹਣੀ ਹੋਏ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਆਖਿਆ ਪੁਰਖਾ ਹੁਣ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ, ਉੱਥੇ ਜਾ ਕੇ ਸੰਗਤ ਨੂੰ ਦਰਸ਼ਨ ਉਪਦੇਸ਼ ਦਿਓ। ਆਪ ਜੀ ਇੱਥੇ ਆਏ। 22 ਸਾਲ 5 ਮਹੀਨੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਪਾਵਨ ਸਰੀਰ ਵਿੱਚ ਵਿਚਰਦਿਆਂ ਗੁਰਗਾਈ ਕੀਤੀ। 1609 ਬਿਕਰਮੀ ਸੰਮਤ ਤੋਂ 1631 ਬਿਕਰਮੀ ਸੰਮਤ ਦਾ ਜੇ ਈਸਵੀ ਸੰਨ ਦੀ ਵਿਚਾਰ ਕਰੀਏ ਤੇ 1552 ਈਸਵੀ ਸੰਨ ਤੋਂ ਲੈ ਕੇ 1574 ਈਸਵੀ ਸੰਨ ਤੱਕ ਬੌਲੀ ਸਾਹਿਬ ਤੀਰਥ ਦੀ ਰਚਨਾ ਕੀਤੀ। 84 ਪੌੜੀਆਂ ਹੋਈਆਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ, ਬੇਅੰਤ ਬਖਸ਼ਿਸ਼ਾਂ ਮਹਾਰਾਜ ਨੇ ਦਿੱਤੀਆਂ। ਵਰਦਾਨ ਦਿੱਤਾ ਕਿ 84 ਪੌੜੀਆਂ ਬੌਲੀ ਸਾਹਿਬ ਦੀਆਂ ਜੋ ਸਿੱਖ ਕਮਾਈ ਭਾਈ ਸ਼ਰਧਾ ਭਾਵਨਾ ਨਾਲ 84 ਇਸ਼ਨਾਨ ਕਰੇਗਾ ਇਸ ਬੌਲੀ ਸਾਹਿਬ ਦੇ ਵਿੱਚ ਤੇ ਇੱਕ ਪੌੜੀ ਤੇ ਬੈਠ ਕੇ ਇੱਕ ਇਸ਼ਨਾਨ ਤੋਂ ਮਗਰੋਂ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ, ਉਹਦੀ 84 ਲੱਖ ਜੂਨ ਕੱਟੀ ਜਾਵੇ। ਇਹ ਵਰਦਾਨ ਦਿੱਤਾ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ। ਅੱਜ ਵੀ ਭਾਵਨਾ ਵਾਲੇ ਬੌਲੀ ਸਾਹਿਬ ਦੇ ਇਸ਼ਨਾਨ ਕਰਕੇ ਇੱਕ ਇਸ਼ਨਾਨ ਤੋਂ ਮਗਰੋਂ ਫਿਰ ਇੱਕ ਪੌੜੀ ਤੇ ਚੌਂਕੜਾ ਲਾ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ। ਜਦੋਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸੀ ਮਹਾਰਾਜ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੁਪੁੱਤਰ ਬਾਬੇ ਦਾਤੂ ਜੀ ਨੇ ਆ ਕਰਕੇ ਬੜੇ ਗੁੱਸੇ ਵਿੱਚ ਆ ਕੇ ਮਹਾਰਾਜ ਦੀ ਬੱਖੀ 'ਚ ਲੱਤ ਮਾਰੀ। ਚੁੱਕੇ ਚੁਕਾਏ ਆ ਗਏ, ਗੁਰੂ ਸਾਹਿਬ ਜੀ ਨੂੰ ਸਿੰਘਾਸਣ ਤੋਂ ਥੱਲੇ ਸੁੱਟ ਦਿੱਤਾ। ਮਹਾਰਾਜ ਸਿੰਘਾਸਣ ਤੋਂ ਠਾਂਡੇ ਉੱਪਰ ਕਹਿਣ ਲੱਗੇ ਸਾਡੇ ਘਰ ਵਿੱਚ ਤੁਸੀਂ ਪਾਣੀ ਭਰਦੇ ਰਹੇ ਹੋ, ਹੁਣ ਗੁਰੂ ਬਣ ਕੇ ਬੈਠੇ ਹੋਏ ਤੇ ਸਾਡਾ ਹੱਕ ਹੈ। ਮਹਾਰਾਜ ਨਿਮਰਤਾ ਦੇ ਨਾਲ ਫੇਰ ਉੱਠੇ, ਉੱਠ ਕੇ ਬਾਬੇ ਦਾਦੂ ਦੀ ਲੱਤ ਘੁੱਟਣ ਲੱਗ ਪਏ। ਬਿਰਧ ਅਵਸਥਾ ਧੰਨ ਗੁਰੂ ਅਮਰਦਾਸ ਸਾਹਿਬ ਨਿਮਰਤਾ ਦਾ ਸਰੂਪ। ਕਹਿਣ ਲੱਗੇ ਤੁਸੀਂ ਮੇਰੇ ਸਤਿਗੁਰੂ ਦੂਜੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹੋ ਤੇ ਮੈਂ ਆਪ ਜੀ ਦੇ ਸਤਿਕਾਰ ਵਿੱਚ ਉੱਠ ਕੇ ਖਲੋਣਾ ਚਾਹੀਦਾ ਸੀ, ਮੈਂ ਉੱਠ ਕੇ ਨਹੀਂ ਖਲੋਤਾ, ਇਸ ਕਰਕੇ ਮੇਰੇ ਤੋਂ ਭੁੱਲ ਹੋਈ ਆ। ਤੇ ਦੂਜਾ ਤੁਸੀਂ
ਤੁਹਾਡਾ ਸਰੀਰ ਬੜਾ ਨਾਜ਼ੁਕ ਹੈ, ਕੋਮਲ ਹੈ। ਇੱਕ ਮੈਂ ਬਿਰਧ ਅਵਸਥਾ ਵਿੱਚ ਹਾਂ, ਦੂਸਰਾ 12 ਸਾਲ ਗਾਗਰ ਢੂੰਡਿਆ ਹੋਇਆ, ਸਰੀਰ ਹੋਰ ਸਖਤ ਹੋ ਗਿਆ, ਸਰੀਰ ਦੇ ਹੱਡ ਕਰੜੇ ਹੋ ਗਏ। ਤੁਹਾਡੀ ਲੱਤ ਤੇ ਪੀੜ ਲੱਗੀ ਹੋਵੇਗੀ, ਲਿਆਓ ਮੈਂ ਤੁਹਾਡੀ ਲੱਤ ਘੁੱਟ ਦਿੰਦਾ। ਜਿਸ ਵੇਲੇ ਲੱਤ ਘੁੱਟਣ ਲੱਗ ਪਏ, ਬਾਬਾ ਦਾਤੂ ਬੜਾ ਸ਼ਰਮਿੰਦਾ ਹੋਇਆ, ਸੰਗਤਾਂ ਬਹੁਤ ਹੈਰਾਨ ਹੋ ਗਈਆਂ। ਉਹਨੇ ਆਖਿਆ ਇੱਥੋਂ ਚਲੇ ਜਾਓ। ਬਾਬੇ ਦਾਤੂ ਆਪ ਜੀ ਨੇ ਦਿਨੇ ਤੱਕ ਕੋਈ ਵਚਨ ਨਹੀਂ ਕੀਤਾ। ਸੰਗਤ ਨੇ ਬਾਬੇ ਦਾਤੂ ਨੂੰ ਕੋਈ ਮੂੰਹ ਨਹੀਂ ਲਾਇਆ। ਫਿਰ ਆਪ ਜੀ ਰਾਤ ਨੂੰ ਘੋੜੀ ਤੇ ਸਵਾਰ ਹੋਏ ਤੇ ਗੋਇੰਦਵਾਲ ਸਾਹਿਬ ਛੱਡ ਕੇ ਕਿਸੇ ਵੀ ਸੰਗਤ ਨੂੰ ਨਹੀਂ ਦੱਸਿਆ ਤੇ ਬਾਸਰ ਕੇ ਨਗਰ ਚਲੇ ਗਏ। ਵਾਰ-ਵਾਰ ਕਮਰਾ ਦਰਵਾਜ਼ੇ ਤੇ ਕੋਲੇ ਨਾਲ ਲਿਖ ਦਿੱਤਾ ਕਿ ਦਰਵਾਜ਼ਾ ਕੋਈ ਸਿੱਖ ਨਾ ਖੋਲੇ, ਜਿਹੜਾ ਖੋਲੇਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨੂੰ। ਅੰਦਰ ਚੌਂਕੜਾ ਲਾ ਕੇ ਬਹਿ ਗਏ। ਇਧਰਲੇ ਪਾਸੇ ਸੰਗਤਾਂ ਨੇ ਬਾਬੇ ਦਾਤੂ ਨੂੰ ਮੂੰਹ ਨਹੀਂ ਲਾਇਆ, ਉਹ ਵਾਪਸ ਚਲੇ ਗਏ, ਖਡੂਰ ਸਾਹਿਬ ਚਲੇ ਗਏ। ਉਹ ਲੱਤ ਵਿੱਚ ਪੀੜ ਹੁੰਦੀ ਰਹੀ। ਫਿਰ ਸਾਧ ਸੰਗਤ ਜੀ, ਜਿਹੜਾ ਪੈਰ ਮਹਾਰਾਜ ਦੇ ਵੱਖੀ 'ਚ ਮਾਰਿਆ ਸੀ, ਕਿੰਨਾ ਚਿਰ ਹੁੰਦੀ ਰਹੀ? ਬਹੁਤ ਲੰਮਾ ਸਮਾਂ। ਜਦੋਂ ਪੰਜਵੇਂ ਪਾਤਸ਼ਾਹ ਫਿਰ ਗੋਇੰਦਵਾਲ ਸਾਹਿਬ ਤੋਂ ਪਾਵਨ ਬਾਣੀ ਦੀਆਂ ਪੋਥੀਆਂ ਸਾਹਿਬ ਪਾਲਕੀ ਸਾਹਿਬ 'ਚ ਲੈ ਕੇ ਗਏ ਨਾ, ਬਾਬੇ ਮੋਹਨ ਨੇ ਆ ਕੇ ਵੀ, ਜੋ ਮਹਾਰਾਜ ਦੇ ਮਾਮਾ ਜੀ ਲੱਗਦੇ ਸੀ, ਉਹਨਾਂ ਨੇ ਨਮਸਕਾਰ ਕੀਤੀ ਸੀ, ਪੋਥੀਆਂ ਭੇਟ ਕੀਤੀਆਂ ਸੀ। ਉਹਨਾਂ ਦਾ ਪ੍ਰੇਮਾ ਵੀ ਉਦੋਂ ਦੂਰ ਹੋਇਆ ਸੀ। ਫਿਰ ਜਦੋਂ ਖਡੂਰ ਸਾਹਿਬ ਥਾਣੀ ਪਾਲਕੀ ਸਾਹਿਬ ਲੈ ਕੇ ਜਾ ਰਹੇ ਸੀ, ਬਾਬੇ ਦਾਤੂ ਨੇ ਉਦੋਂ ਬੇਨਤੀ ਕੀਤੀ, ਆਪ ਜੀ ਠਹਿਰੋ ਤੇ ਮੈਂ ਪ੍ਰਸ਼ਾਦਾ ਪਾਣੀ ਆਪ ਜੀ ਨੂੰ ਤੇ ਸਾਰੀਆਂ ਸੰਗਤਾਂ ਨੂੰ ਰਾਤ ਦਾ ਛਕਾਉਣਾ ਚਾਹੁੰਦਾ। ਫਿਰ ਰਾਤ ਖਡੂਰ ਸਾਹਿਬ ਰਹੇ ਸੀ ਪੰਜਵੇਂ ਪਾਤਸ਼ਾਹ। ਉਦੋਂ ਬੇਨਤੀ ਕੀਤੀ ਸੀ ਕਿ ਮੇਰੇ ਤੋਂ ਇਹ ਬੇਅਦਬੀ ਹੋਈ ਆ ਤੀਜੇ ਪਾਤਸ਼ਾਹ ਦੀ, ਉਦੋਂ ਤੋਂ ਲੈ ਕੇ ਮੇਰੀ ਲੱਤ ਵਿੱਚ ਦਰਦ ਹੋ ਰਹੀ ਆ, ਨਾਲੇ ਮੈਨੂੰ ਬਖਸ਼ ਦਿਓ ਤੇ ਮੇਰੇ ਲੱਤ ਦੀ ਦਰਦ ਦੂਰ ਕਰ ਦਿਓ। ਫਿਰ ਪੰਜਵੇਂ ਪਾਤਸ਼ਾਹ ਨੇ ਬਾਬੇ ਦਾਤੂ ਦੇ ਲੱਤ ਦੇ ਉੱਤੇ ਹੱਥ ਫੇਰਿਆ ਸੀ। ਹੱਥ ਫੇਰਨ ਦੀ ਦੇਰ ਸੀ, ਫਿਰ ਸਾਧ ਸੰਗਤ ਜੀ ਉਹ ਦਰਦ ਦੂਰ ਹੋ ਗਈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਉਸ ਕਮਰੇ ਦੇ ਵਿੱਚ, ਇੱਧਰ ਸੰਗਤਾਂ ਨੂੰ ਦਰਸ਼ਨ ਨਹੀਂ ਹੋ ਰਹੇ, ਸੰਗਤਾਂ ਬਹੁਤ ਵਿਆਕੁਲ ਹੋਈਆਂ। ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੇ ਤਾਈਂ, ਬਾਬਾ ਜੀ ਆਪ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਾਜੇ ਨਵਾਜੇ ਗੁਰਸਿੱਖੋ, ਤੁਹਾਨੂੰ ਬਚਪਨ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ਾਂ ਦੇ ਕੇ ਨਵਾਜਿਆ ਤੇ ਆਪ ਜੀ ਨੂੰ ਬਚਨ ਕੀਤਾ ਸੀ ਮਹਾਰਾਜ ਨੇ ਕਿ ਭਾਈ ਬੁੱਢਾ ਸਾਹਿਬ ਤੈਥੋਂ ਮੈਂ ਓਲੇ ਨਾ ਹੋਸਾਂ, ਮੈਂ ਜਿੱਥੇ ਵੀ ਹੋਵਾਂਗਾ, ਜਿਹੜੇ ਰੂਪ ਵਿੱਚ ਹੋਵਾਂਗਾ, ਤੇ ਬਾਬਾ ਬੁੱਢਾ ਸਾਹਿਬ ਤੇਰੀਆਂ ਨਿਗਾਹ ਤੋਂ ਓਲੇ ਨਹੀਂ ਮੈਂ ਹੋਵਾਂ। ਬਾਬਾ ਜੀ ਤੁਹਾਨੂੰ ਤੇ ਪਤਾ ਹੀ ਹੋਵੇਗਾ ਵੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਿੱਥੇ ਆ। ਮਹਾਰਾਜ ਸਾਹਿਬ ਨੂੰ ਲੱਭੀਏ, ਸਾਨੂੰ ਦਰਸ਼ਨ ਕਰਾਓ। ਬਾਬਾ ਜੀ ਅੰਤਰਜਾਮਤਾ ਉਹਨਾਂ ਦੇ ਕੋਲੇ, ਬਾਬਾ ਬੁੱਢਾ ਸਾਹਿਬ, ਪਰ ਜਨਾਉਂਦੇ ਨਹੀਂ ਗੁਰਮੁਖ। ਉਹਨਾਂ ਨੇ ਆਖਿਆ ਆਪਾਂ ਮਹਾਰਾਜ ਦੀ ਘੋੜੀ ਛੱਡਦੇ ਹਾਂ, ਜਿੱਥੇ ਘੋੜੀ ਚਲੇ ਜਾਵੇਗੀ ਮਗਰ ਮਗਰ ਤੁਰੇ ਜਾਂਦੇ ਆ। ਘੋੜੀ ਛੱਡੀ, ਮਗਰ ਮਗਰ ਸੰਗਤਾਂ ਤੁਰੀਆਂ ਗਈਆਂ। ਬਾਬਾ ਬੁੱਢਾ ਸਾਹਿਬ ਬਾਸਰ ਕੇ ਨਗਰ ਦੇ ਬਾਹਰ ਚਲੇ ਗਏ। ਉਸ ਕਮਰੇ ਦੇ ਆਲੇ ਦੁਆਲੇ ਤੁਰੀ ਫਿਰੀ ਉਹ ਘੋੜੀ, ਹਿਣਕੀ ਆ। ਬਾਬਾ ਜੀ ਕਹਿਣ ਲੱਗੇ ਇੱਥੇ ਘੋੜੀ ਆਈ ਹੈ ਕਮਰੇ ਵੱਲੇ ਵੇਖੀ। ਜਦੋਂ ਦਰਵਾਜ਼ਾ ਵੇਖਿਆ ਬੰਦ ਆ ਅੰਦਰੋਂ, ਉਹਦੇ ਤੇ ਲਿਖਿਆ ਹੋਇਆ ਜਿਹੜਾ ਦਰਵਾਜ਼ੇ ਨੂੰ ਖੋਲੇਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ। ਸੰਗਤ ਕਹਿਣ ਲੱਗੀ ਬਾਬਾ ਜੀ ਹੁਣ ਕਿਵੇਂ ਮਹਾਰਾਜ ਦੇ ਦਰਸ਼ਨ ਹੋਣਗੇ? ਮਹਾਰਾਜ ਨੇ ਤੇ ਆਖਿਆ ਦਰਵਾਜ਼ਾ ਖੋਲਣਾ ਨਹੀਂ। ਕਹਿੰਦੇ ਕੋਈ ਵੇਖਦੇ ਆ ਕੰਧ ਤਰੀਕਾ। ਫਿਰ ਕੰਧ ਦੇ ਵਿੱਚ ਪਾੜ ਪਾਇਆ, ਸੰਨ ਲਾਇਆ, ਸੰਨ ਲਾ ਕੇ ਅੰਦਰ ਗਏ। ਬਾਬਾ ਬੁੱਢਾ ਸਾਹਿਬ ਜੀ ਤੀਜੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ। ਮਹਾਰਾਜ ਬਾਹਰ ਸੰਗਤਾਂ ਆਈਆਂ, ਕਿਰਪਾ ਕਰੋ। ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਪਹੁੰਚੀਆਂ ਆਪ ਜੀ ਨੂੰ ਲੈਣ ਵਾਸਤੇ, ਸੰਗਤ ਨੂੰ ਦਰਸ਼ਨ ਦਿਓ। ਮਹਾਰਾਜ ਕਹਿੰਦੇ ਭਾਈ ਬੁੱਢਾ ਸਾਹਿਬ ਤੁਸੀਂ ਸਾਡਾ ਬਚਨ ਨਹੀਂ ਮੰਨਿਆ, ਦਰਵਾਜ਼ਾ ਖੋਲਿਆ ਹੈ। ਕਹਿਣ ਲੱਗੇ ਨਹੀਂ ਮਹਾਰਾਜ ਦਾਸ ਸਾਹਿਬ ਜੀ ਦਾ ਬਚਨ ਉਲਟਾ ਸਕਦਾ ਹੈ। ਮਹਾਰਾਜ ਬਚਨ ਨਹੀਂ ਮੈਂ ਆਪ ਜੀ ਦਾ ਉਲਟਾਇਆ, ਮੈਂ ਦਰਵਾਜ਼ਾ ਨਹੀਂ ਖੋਲਿਆ, ਮੈਂ ਤਾਂ ਕੰਧ ਥਾਣੀ ਸੰਨ ਲਾ ਕੇ ਆਇਆ। ਮਹਾਰਾਜ ਸਤਿਗੁਰੂ ਹੱਸ ਪਏ, ਕਹਿਣ ਲੱਗੇ ਭਾਈ ਬੁੱਢਾ ਸਾਹਿਬ ਤੇਰੇ ਵੀ ਕੌਤਕ ਨਿਆਰੇ ਹੀ ਹੈ। ਬੇਨਤੀ ਕੀਤੀ ਮਹਾਰਾਜ ਹੁਣ ਕਰੋ ਕਿਰਪਾ, ਬਾਹਰ ਸੰਗਤ ਨੂੰ ਦਰਸ਼ਨ ਦਿਓ। ਫਿਰ ਮਹਾਰਾਜ ਨੇ ਆਗਿਆ ਕੀਤੀ ਵੀ ਖੋਲੋ ਦਰਵਾਜ਼ਾ। ਦਰਵਾਜ਼ਾ ਖੋਲਿਆ, ਸੰਗਤਾਂ ਬਾਹਰ, ਬੇਅੰਤ ਮਹਾਰਾਜ ਦੀ ਘੋੜੀ ਵੀ ਬਾਹਰ। ਫਿਰ ਮਹਾਰਾਜ ਬਾਹਰ ਨਿਕਲੇ, ਸੰਗਤਾਂ ਨੇ ਨਮਸਕਾਰਾਂ ਕੀਤੀਆਂ। ਸੰਗਤ ਵਿੱਚ ਫਿਰ ਬਾਬਾ ਬੁੱਢਾ ਸਾਹਿਬ ਜੀ ਉੱਤੇ ਮਹਾਰਾਜ ਬਖਸ਼ਿਸ਼ ਕਰਦਿਆਂ ਆਖਿਆ ਕਿ ਇਹ ਭਾਈ ਬੁੱਢਾ ਸਾਹਿਬ ਸਿੱਖੀ ਦੀ ਹੱਦ ਵਾ, ਸਿੱਖੀ ਦੀ ਸੀਮਾ।
ਜਿਵੇਂ ਕਿਸੇ ਦੇਸ਼ ਦੀ ਹੱਦ ਹੁੰਦੀ ਵੀ ਇਹਦੇ ਤੋਂ ਪਰਾਂ ਹੋਰ ਦੇਸ਼ ਦੀ ਹੱਦ ਨਹੀਂ ਕਿ ਇੱਥੋਂ ਤੀਕ ਦੇਸ਼ ਵਾ। ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਬਾਬਾ ਬੁੱਢਾ ਸਾਹਿਬ ਸਿੱਖੀ ਦੀ ਸੀਮਾ ਵਾ, ਸਿੱਖੀ ਦੀ ਹੱਦ ਅਵਧੀ ਆ। ਔਰ ਉਸ ਮੌਕੇ ਤੇ ਫਿਰ ਮਹਾਰਾਜ ਕਹਿੰਦੇ ਜਿਹੜਾ ਇਹ ਸੰਨ ਲਾਇਆ, ਪਾੜ ਲਾਇਆ ਨਾ ਕੋਠੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ, ਜੋ ਸੰਗਤਾਂ ਇਸ ਸੰਨ ਦੇ ਦਰਸ਼ਨ ਕਰਨਗੀਆਂ ਉਹਨਾਂ ਨੂੰ ਜਮਦੂਤ ਨਹੀਂ ਵੇਖਣੇ ਪੈਣਗੇ। ਇਹ ਉੱਥੇ ਸੁਭਾਵਿਕ ਬਚਨ ਕੀਤਾ। ਇੱਥੇ ਗੋਇੰਦਵਾਲ ਸਾਹਿਬ ਬਚਨ ਕੀਤਾ ਨਾ ਵੀ 84 ਇਸ਼ਨਾਨ ਕਰਕੇ 84 ਪੌੜੀਆਂ ਤੇ ਇੱਕ ਇੱਕ ਪੌੜੀ ਤੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰੇ, 84 ਜਪਜੀ ਸਾਹਿਬ ਦੇ ਪਾਠ ਕਰੇਗਾ, 84 ਲੱਖ ਜੂਨ ਕੱਟੀ ਜਾਵੇਗੀ। ਉੱਥੇ ਹੋਰ ਦਇਆ ਦੇ ਘਰ ਵਿੱਚ ਆ ਕੇ ਕਹਿ ਦਿੱਤਾ ਵੀ ਜਿਹੜਾ ਸੰਨ ਦੇ ਦਰਸ਼ਨ ਕਰੇਗਾ ਉਹਨੂੰ ਜਮਦੂਤ ਨਹੀਂ ਵੇਖਣੇ ਪੈਣਗੇ। ਤੇ ਗੁਰਸਿੱਖ ਸ਼ਰਧਾ ਭਾਵਨਾ ਨਾਲ ਅੱਜ ਵੀ ਸੰਨ ਸਾਹਿਬ ਅਸਥਾਨ ਦੇ ਦਰਸ਼ਨ ਸੰਗਤਾਂ ਕਰਦੇ ਹਨ। ਮਹਾਰਾਜ ਸਾਹਿਬ ਵਾਪਸ ਆਏ। ਗੁਰੂ ਸਾਹਿਬ ਜੀ ਨੇ 22 ਪ੍ਰਚਾਰਕ ਥਾਪੇ ਸਾਧ ਸੰਗਤ ਜੀ, 22 ਮੰਜੀਆਂ। ਉਹਨਾਂ 22 ਕਥਾ ਕਰਨ ਵਾਲੇ ਗੁਰਮੁਖਾਂ ਨੂੰ ਮਹਾਰਾਜ ਨੇ ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਵੀ ਦਿਆ ਕਰਦੇ ਸੀ ਨਾਲ। ਉਸ ਮੰਜੀ ਤੇ ਬੈਠ ਕੇ ਸੰਗਤ ਵਿੱਚ ਕਥਾ ਕਰਨੀ, ਜਿਵੇਂ ਅੱਜ ਕੱਲ੍ਹ ਸਟੇਜ ਦੇ ਉੱਤੇ ਬੈਠ ਕਰਕੇ ਗੁਰੂ ਘਰ ਦੇ ਕੀਰਤਨ ਕਰਦੇ ਆ, ਕਥਾਵਾਚਕ ਕਥਾ ਸੁਣਾਉਂਦੇ ਗੁਰੂ ਦੀਆਂ ਸੰਗਤਾਂ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਮੰਜੀਆਂ ਬਖਸ਼ਿਸ਼ ਕੀਤੀਆਂ ਸੀ 22 ਗੁਰਸਿੱਖਾਂ ਨੂੰ। ਇਸ ਮੰਜੀ ਉੱਤੇ ਬੈਠ ਕਰਕੇ ਸੰਗਤ ਦੇ ਵਿੱਚ ਤੁਸੀਂ ਗੁਰਮਤਿ ਦੀ ਗੱਲ ਕਰਨੀ ਆ, ਗੁਰਬਾਣੀ ਦੀ ਕਥਾ ਸੁਣਾਉਣੀ ਸੰਗਤ। ਉਹ ਫਿਰ ਸੰਗਤਾਂ ਭਾਵਨਾ ਨਾਲ ਉਸ ਮੰਜੀ ਨੂੰ, ਕਿ ਮੰਜੀਦਾਰ ਸਾਡੇ ਪਿੰਡ ਵਿੱਚ ਆਇਆ, ਗੁਰੂ ਅਮਰਦਾਸ ਸਾਹਿਬ ਜੀ ਦਾ ਥਾਪਿਆ ਹੋਇਆ, ਸਾਜਿਆ ਨਵਾਜਿਆ ਹੋਇਆ ਗੁਰਸਿੱਖ ਆਇਆ। ਸੰਗਤਾਂ ਮੰਜੀ ਆਪਣੇ ਆਪ ਹੀ ਚੁੱਕ ਕੇ ਅਗਲੇ ਪਿੰਡ ਦੀਆਂ ਸੰਗਤਾਂ ਲੈ ਜਾਂਦੀਆਂ ਸੀ ਆਪਣੇ ਪਿੰਡ। ਉੱਥੋਂ ਜਿਹਨੇ ਆਪਣੇ ਪਿੰਡ ਵਿੱਚ ਗੁਰਸਿੱਖ ਨੂੰ ਖੜਦਾ ਹੁੰਦਾ ਸੀ, ਉੱਥੋਂ ਦੀਆਂ ਸੰਗਤਾਂ ਉਹ ਮੰਜੀ ਲੈ ਜਾਂਦੀਆਂ ਸੀ। ਤੇ ਉਹਨਾਂ ਨੂੰ ਮਹਾਰਾਜ ਨੇ ਇਕੱਲੇ ਕਥਾਵਾਚਕ ਹੀ ਨਹੀਂ ਸੀ ਬਣਾਇਆ, ਉਹਨਾਂ ਨੂੰ ਐਸੀ ਆਤਮਿਕ ਤਾਕਤ ਆਪਣੀ ਦਿੱਤੀ, ਐਸੀ ਰੂਹਾਨੀ ਸ਼ਕਤੀ ਦਿੱਤੀ। ਉਹਨਾਂ 22 ਗੁਰਸਿੱਖਾਂ ਦੇ ਬਚਨ ਪੂਰੇ ਹੁੰਦੇ ਸੀ ਸਾਧ ਸੰਗਤ। ਉਹਨਾਂ ਦੇ ਬਚਨਾਂ ਦੇ ਨਾਲ ਬੇਅੰਤ ਦਾਤਾਂ ਸੰਗਤਾਂ ਨੂੰ ਪ੍ਰਾਪਤ ਹੋਈਆਂ। ਉਹਨਾਂ ਦੇ ਅੰਦਰ ਮਹਾਰਾਜ ਨੇ ਨਾਮ ਦੀ ਕਣੀ ਟਿਕਾ ਕੇ ਆਪਣੀ ਰਹਿਮਤ ਦਾ ਮਿਹਰ ਭਰਿਆ ਹੱਥ ਉਹਨਾਂ ਦੇ ਸਿਰ ਤੇ ਰੱਖਿਆ। ਉਹ 22 ਗੁਰਸਿੱਖ ਸਾਜੇ ਨਵਾਜੇ, 72 ਪੀੜੇ ਮਾਈਆਂ ਨੂੰ ਪ੍ਰਚਾਰ ਵਾਸਤੇ ਬਖਸ਼ਿਸ਼ ਕੀਤੇ। ਉਹ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ। ਫਿਰ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਲਾਏ ਹੋਏ ਇਹ ਪਵਿੱਤਰ ਪੰਥ, ਨਿਰਮਲ ਪੰਥ ਦੇ ਨਿਰਮਲ ਸਿਧਾਂਤ ਨੂੰ ਹੋਰ ਪ੍ਰਪੱਕਤਾ ਦਿੰਦਿਆਂ ਹੋਇਆਂ ਸੰਗਤ ਪੰਗਤ ਦੀ ਮਰਿਆਦਾ ਮਹਾਰਾਜ ਨੇ ਕਾਇਮ ਕੀਤੀ ਕਿ ਜਿੰਨੇ ਵੀ ਸਾਡੇ ਦਰਸ਼ਨ ਕਰਨੇ ਉਹ ਪਹਿਲਾਂ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕੇ, ਫਿਰ ਸੰਗਤ ਵਿੱਚ ਆ ਕੇ ਦਰਬਾਰ ਵਿੱਚ ਆ ਕੇ ਸਾਡੇ ਦਰਸ਼ਨ ਕਰੇ। ਉਹਦਾ ਭਾਵ ਇਹ ਸੀ ਵੱਡਾ ਛੋਟਾ, ਊਚ ਨੀਚ, ਵੱਡੀ ਛੋਟੀ ਜਾਤੀ, ਇਹ ਸਾਰਾ ਜਿਹੜਾ ਵਿਤਕਰਾ ਦੂਰ ਕਰਨ ਵਾਸਤੇ। ਇਸ ਕਰਕੇ ਅਕਬਰ ਵਰਗੇ ਬਾਦਸ਼ਾਹ ਵੀ ਆ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੇ ਗੁਣ ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਸਾਧ ਸੰਗਤ ਜੀ। ਐਸੀਆਂ ਬਖਸ਼ਾਂ ਮਹਾਰਾਜ ਨੇ ਕੋੜਿਆਂ ਨੂੰ ਰਾਜੀ ਕਰਕੇ ਤੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਮਹਾਨ ਗੁਰਸਿੱਖ ਬਣਾ ਦਿੱਤਾ। ਭਾਈ ਪ੍ਰੇਮਾ ਕੋੜੀ, ਉਹ ਬੌਲੀ ਸਾਹਿਬ ਮਹਾਰਾਜ ਦੇ ਸਥਾਨ ਤੇ ਬਾਰ-ਬਾਰ ਬੈਠਾ ਹੋਇਆ ਤੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰੀ ਜਾਂਦਾ ਰਹਿੰਦਾ ਸੀ। ਗਿਆ ਕਛੋਟਾ ਲੱਧਾ ਫੇਰ, ਗਿਆ ਕਛੋਟਾ ਲੱਧਾ ਫੇਰ, ਵੀ ਮੇਰਾ ਪੜਦਾ ਹੋਇਆ ਜਿਹੜਾ ਗਿਆ ਹੋਇਆ ਪੜਦਾ ਹੈ ਨਾ ਸਰੀਰ ਦਾ, ਇਹ ਹੁਣ ਮੈਨੂੰ ਫੇਰ ਲੱਭ ਪਿਆ। ਉਂਝ ਕਛੋਟਾ ਕਿਹਾ ਜਾਂਦਾ ਤੀੜ ਵਾਲੇ ਬਸਤਰ ਨੂੰ ਸਾਧ ਸੰਗਤ, ਨਗੇਜ ਕੱਜਣ ਵਾਲੇ। ਬਾਕੀ ਸਰੀਰ ਦਾ ਬਸਤਰ ਵੀ ਪੜਦਾ ਹੁੰਦਾ ਹੈ, ਇਸ ਵਿੱਚ ਜਿਹੜਾ ਸਰੀਰ ਇਹ ਵੀ ਪੜਦਾ ਹੀ ਹੈ। ਇਹ ਪੜਦਾ ਸਾਧ ਸੰਗਤ ਦੀ ਰੂਹ ਦਾ ਹੈ, ਆਤਮਾ ਦਾ ਹੈ ਸਰੀਰ। ਤੇ ਉਹਦਾ ਸਰੀਰ ਹੀ ਗਲਿਆ ਸੜਿਆ ਸੀ ਕੋੜ ਦੇ ਰੋਗ ਦੇ ਨਾਲ। ਉਹਨੇ ਆਖਿਆ ਮੈਨੂੰ ਆਸਰਾ ਮਿਲ ਗਿਆ ਹੈ, ਮੈਨੂੰ ਹੁਣ ਸਰੀਰ ਹੀ ਮਿਲ ਗਿਆ, ਉਹਦਾ ਭਰੋਸਾ ਵੱਜ ਗਿਆ ਸੀ। ਕਈ ਦਿਨ ਲੰਘ ਗਏ, ਲੰਮਾ ਸਮਾਂ ਲੰਘਿਆ, ਸੰਗਤ ਬੇਨਤੀ ਕਰਦੀ ਰਹਿੰਦੀ ਸੀ ਉਹਦੇ ਸੰਬੰਧ ਵਿੱਚ ਵੀ ਮਹਾਰਾਜ ਕੋੜੀ ਬੈਠਾ ਹੋਇਆ ਬਾਹਰ ਤਰਲੇ ਪਾਉਂਦਾ ਰਹਿੰਦਾ। ਇੱਕ ਦਿਨ ਫਿਰ ਮਹਾਰਾਜ ਨੇ ਆਖਿਆ ਗੁਰਸਿੱਖੋ ਉਸ ਪ੍ਰੇਮੀ ਕੋੜੇ ਨੂੰ ਲੈ ਕਰਕੇ ਆਓ, ਜਿੱਥੇ ਅਸੀਂ ਇਸ਼ਨਾਨ ਕਰਦੇ ਉਸ ਜਲ ਨਾਲ ਇਸ਼ਨਾਨ ਕਰਾਓ, ਲਾਲ ਬਸਤਰ ਵਿੱਚ ਲਪੇਟ ਕੇ ਸਾਡੇ ਪਾਸ ਲਿਆਓ। ਇਸ਼ਨਾਨ ਕਰਾ ਕੇ ਮਹਾਰਾਜ ਦੇ ਪਾਸ ਲਿਆਂਦਾ ਲਾਲ ਬਸਤਰ ਵਿੱਚ ਬੁੱਕਲ ਮਾਰ ਕੇ।
महाराज ने आप वस्त्र लाया ते उत्ते अपनी मेहर की दृष्टि पाई। धन श्री गुरु अमरदास साहब जी ने देही नवी नरोई कर दिती, रोग दूर हो गया। गुरसिख कहन लगे महाराज लाल वस्त्र दे विच ते भाई प्रेमा इस तरह लगता है जिवें लाड़ा होवे। संसार का समाजिक रिवाज है, विआह के मौके के उत्ते लाड़ा लाल वस्त्र दे विच लाल वस्त्र का शगन जिहा लोग करते, गुरमत की मर्यादा ते नहीं, संसारी रीति है। कहते जी ये तो लाड़े वर्गा लगता। सतगुरु कहते बोल भी पूरा कर देने गुरसिखो। कोई सिख उठे अपनी धी सानू देवे ते असीं हुणे भाई प्रेमे का आनंद कारज करना। फिर भाई शीहे उपल ने अपनी धी महाराज नूं बेनती की, महाराज मेरी नौजवान धी इहदा आनंद कारज कर दे। ते सतगुरु गरीब नवाज ने प्रेमे का नाम रखिया सी भाई मुरारी। सोहना बहुता सी, तंदुरुस्त हो गया। महाराज साहब जी ने नाम मुरारी रखिया। मुरारी नाम परमेश्वर का भी आ ते मुरारी नाम साध संगत जी द्वापर युग के अवतार भगवान कृष्ण का भी। महाराज साहब कहन लगे तो साडा मुरारी आ। ते भाई सिंहे की पुत्री दी जिस वेले शादी कर दी उहदे नाल आनंद कारज पढ़ दिता, उहदा नाम महाराज ने मथो रख दिता। कहन लगे मथो मुरारी की जोड़ी है। भाई सिंहे के घर वाली लंगर च सेवा करती वो आ गई, उन्हें आके झगड़ा किया, महाराज भावें इहनूं तुसीं तंदुरुस्त कर दिता पर इहदे घर घाट का कोई पता नहीं, माता पिता का कोई पता नहीं, ये खावेगा पीवेगा कित्थों, रवेगा कित्थे। तीजे पातशाह महाराज ने आख्या ये साडा पुत्र है, इहदे माता पिता असीं, इहदी जमीन जायदाद असीं, सब कुछ असीं इहदा। तू ये खाण पीण की गल करती है, जिहड़ा इहदा नाम लवेगा ना किसी कारज नूं तुरेगा इन्हां दा नाम लैके मथो मुरारी दा, उहदे कारज पूरे हो जाया करनगे। ऐसी बख्शिश की। बाइयां विचों एक मंजी उन्होंने भी साध संगत जी दी। वो ऐसे गरीब नवाज सतगुरु धन श्री गुरु अमरदास साहब जी महाराज, सतगुरां की महान ही महिमा है, महान ही इतिहास है। ते ये ताप नाल माई का पुत्र चढ़ाई किया। महाराज कहते भाई बनो आ रोण की आवाज़ आउंदी, की गल है? उन्हें दसिया महाराज माई का इको ही पुत्र ते ये ताप नाल चढ़ाई कर गया। सतगुरु कहते उन्होंने कहे चुप करे, अमृत वेला है, नाम जपण का बाणी पढ़न का दिन चढ़ेगा, वह पुत्र तो जिउंदा हो जाएगा। पर जिहदा इको ही पुत्र होवे वह भी मर जाए, उन्होंने कित्थे हौसला आउंदा। फिर महाराज अपने आसन तो उठे जा करके अपना चरण छुहाया, माई का पुत्र जिउंदा कर दिता ते नाल ही बचन कर दिता जिन्ना चिर शरीर करके असीं गोइंदवाल साहिब दे विच हां उन्ना चिर इत्थे माता पिता के अगे कोई भी बालक चढ़ाई नहीं करेगा। तो महाराज साहब जी ने यह वचन किया, इसे करके भट्ट साहबाना ने आख्या धन श्री गुरु अमरदास साहब महाराज का नाम सुन के ते सुत भान डरियो। सूरज का पुत्र जिहड़ा धर्मराजा वह भी डरदा है, वह भी जमदूतां नूं कहंदा भी गोइंदवाल साहब की नगरी विच ना जाओ, उत्थे धन श्री गुरु अमरदास साहब महाराज का पहरा है। महाराज का वचन होया, इस करके रब के सुत को तिन त्रास कहा, जो चरण गुरु चित लावत है। जो गुरु साहब के चरणों नाल चित लाउंदे उन्होंने रब के सुत को, सूरज के पुत्र धर्मराजा का उन्होंने की डर है। तो धन श्री गुरु अमरदास साहब जी महाराज महान बख्शिशां रहमतां वाले, जिन्हां सतगुरां दा 543वां प्रकाश गुरपुरब कल गुरु के पंथ ने मनाया है श्रद्धा भावना के नाल। तो सतगुरु जगत गुरु श्री गुरु नानक देव साहब जी महाराज दखणी ओंकार बाणी द्वारा जिवें बख्शिश कर रहे हैं, 53वीं पौड़ी दी राही श्रद्धा भावना सहित सरवण करिए जी। सतनाम श्री वाहिगुरु साहिब जी। पाता पढ़िया आखी है। महाराज साहब जी नर्मदा नदी के कंढे ते गरीब नवाज सतगुरु जी ये पादे नूं उपदेश बख्श रहे हैं। दखणी ओंकार सारी बाणी उत्थे उच्चारण की है। मंदिर दे विच महाराज साहब जी सतगुरु फरमाउंदे आ, पाधा पढ़िया आखी है। पाधा जिहड़ा पढ़ाउण वाला, जो आप पढ़िया होया है, दूजियां नूं बच्चियां नूं पढ़ाउंदा,
ਪੜ੍ਹਿਆ ਹੋਇਆ ਜਿਹੜਾ ਪੰਡਤ ਹੈ, ਪਾਧਾ ਹੈ, ਉਹੀ ਆਖਿਆ ਜਾ ਸਕਦਾ, ਉਸੇ ਨੂੰ ਪੜ੍ਹਿਆ ਹੋਇਆ ਕਿਹਾ ਜਾ ਸਕਦਾ। ਜਿਹੜਾ ਸੰਪਰਦਾਇ ਵਿਦਿਆ ਪੜ੍ਹਾਉਂਦਾ ਹੈ, ਜੋ ਟਕਸਾਲੀ ਵਿਦਿਆ ਪੜ੍ਹਾਉਂਦਾ ਹੈ, ਆਪ ਜੋ ਬੱਚਿਆਂ ਨੂੰ ਉਹ ਪੁਰਾਤਨ ਵਿਦਿਆ ਪੜ੍ਹਾਉਂਦਾ ਹੈ, ਉਹ ਪੜ੍ਹਿਆ ਹੋਇਆ ਆਪ ਦੇ ਅੱਗੇ ਪੜ੍ਹਾਉਣ ਵਾਲਾ ਜਾਣਕਾਰ ਪਾਧਾ, ਉਸੇ ਨੂੰ ਕਿਹਾ ਜਾ ਸਕਦਾ ਹੈ। ਵਿਦਿਆ ਵਿਚਰੈ ਸਹਿਜ ਸੁਭਾਏ। ਜਿਹੜਾ ਕੱਲ ਪੜ੍ਹਾਵੇ ਹੀ ਨਾ ਪੁਰਾਤਨ ਵਿਦਿਆ ਨੂੰ, ਉਹ ਵਿਦਿਆ ਦੀ ਵਿਚਾਰ ਵੀ ਕਰੇ। ਵਿਦਿਆ ਵਿਚਰੈ, ਵਿਦਿਆ ਦੀ ਵਿਚਾਰ ਵੀ ਕਰੇ, ਸਹਿਜ ਸੁਭਾਏ, ਫਿਰ ਸਹਿਜ ਵਿੱਚ ਰਹੇ, ਸੁਭਾਏ ਭਾਵਨਾ ਦੇ ਵਿੱਚ ਰਹੇ, ਉਹਦੇ ਅੰਦਰ ਸ੍ਰੇਸ਼ਟ ਭਾਵਨਾ ਹੋਵੇ ਵਾਹਿਗੁਰੂ ਪਰਮੇਸ਼ਰ, ਉਸ ਦੇ ਅੰਦਰ ਸਹਿਜ ਆਵੇ, ਗਿਆਨ ਆਵੇ, ਸਹਿਜ ਅਵਸਥਾ ਆਵੇ, ਟਿਕਾ ਆਵੇ। ਉਹ ਵਿਦਿਆ ਦੀ ਵਿਚਾਰ ਕਰਕੇ ਆਪਣੇ ਹਿਰਦੇ ਵਿੱਚ ਵੀ ਵਸਾਵੇ, ਇਕੱਲਾ ਬੱਚਿਆਂ ਨੂੰ ਪੜ੍ਹਾਉਣ ਵਿੱਚ ਹੀ ਨਾ ਰਵੇ, ਵਿਦਿਆ ਦੀ ਅੱਗੇ ਪੜ੍ਹਾਈ ਨਾ ਕਰਾਉਂਦਾ ਰਵੇ, ਆਪਣੇ ਹਿਰਦੇ ਵਿੱਚ ਵੀ ਬ੍ਰਹਮ ਵਿਦਿਆ ਵਸਾਵੇ। ਮਹਾਰਾਜ ਕਹਿੰਦੇ ਉਸ ਨੂੰ ਪਾਧਾ ਕਿਹਾ ਜਾ ਸਕਦਾ ਹੈ, ਉਸ ਨੂੰ ਪੜ੍ਹਿਆ ਹੋਇਆ ਕਿਹਾ ਜਾ ਸਕਦਾ ਹੈ, ਉਸ ਨੂੰ ਪੰਡਤ ਵਿਦਵਾਨ ਕਿਹਾ ਜਾ ਸਕਦਾ ਹੈ, ਜਿਹੜਾ ਵਿਦਿਆ ਦੀ ਵਿਚਾਰ ਕਰਦਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਵੀ ਇੱਕ ਬਹੁਤ ਵਿਦਵਾਨ ਆਇਆ ਸੀ, ਪੰਡਤ ਬੇੜੀ। ਉਹਨੂੰ ਬਹੁਤ ਮਾਣ ਸੀ, ਹੰਕਾਰ ਸੀ ਕਿ ਮੈਂ ਬਹੁਤ ਵਿਦਵਾਨ ਹਾਂ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਦੱਸਿਆ ਸੀ ਕਿ ਕੱਲਾ ਵਿਦਿਆ ਪੜ੍ਹ ਲੈਣੀ, ਵਿਦਿਆ ਦੀ ਵਿਆਖਿਆ ਕਰ ਲੈਣੀ, ਅੱਗੇ ਪੜ੍ਹਾ ਦੇਣੀ, ਇੰਨਾ ਹੀ ਕੁਝ ਨਹੀਂ ਹੈ, ਜਿੰਨਾ ਚਿਰ ਵਿਦਿਆ ਦੇ ਤੱਤ ਸਾਰ ਨੂੰ ਨਹੀਂ ਜਾਣਦਾ। ਆਪਣੇ ਹਿਰਦੇ ਵੀ ਉਹ ਵਿਦਿਆ ਦਾ ਉਪਦੇਸ਼ ਵਸੇ, ਆਪਣੇ ਹਿਰਦੇ ਦੇ ਵਿੱਚ ਉਪਦੇਸ਼ ਧਾਰਨ ਕਰਕੇ ਆਪ ਵੀ ਪ੍ਰਭੂ ਦੀ ਬੰਦਗੀ ਦੇ ਨਾਲ ਜੁੜੇ, ਸਿਮਰਨ ਦੇ ਨਾਲ ਜੁੜੇ। ਸਿਰਫ ਗੋਸ਼ਟੀਆਂ ਕਰਨ ਵਿੱਚ, ਚਰਚਾ ਕਰਨ ਵਿੱਚ, ਜਾਂ ਆਪਣੇ ਆਪ ਨੂੰ ਵੱਡਾ ਕਹਾਉਣ ਵਿੱਚ, ਦੂਜੇ ਨੂੰ ਨੀਵਾਂ ਵਿਖਾਉਣ ਵਿੱਚ ਹੀ ਨਾ ਲੱਗਾ ਰਹੇ, ਇਹੀ ਵਿਦਿਆ ਨਹੀਂ ਹੈ। ਜਾਂ ਵਿਦਿਆ ਦਾ ਇਸੇ ਤਰ੍ਹਾਂ ਪ੍ਰਚਾਰ ਪ੍ਰਸਾਰ ਕਰਕੇ ਤੇ ਸਿਰਫ ਮਾਇਆ ਇਕੱਠੀ ਕਰਨ ਵਿੱਚ ਹੀ ਨਾ ਰਹੇ, ਇੰਨਾ ਹੀ ਵਿਦਿਆ ਦਾ ਨਹੀਂ ਹੈ। ਇਹ ਤਾਂ ਬ੍ਰਹਮ ਵਿਦਿਆ, ਬ੍ਰਹਮ ਦੇ ਨਾਲ ਜੁੜਨ ਵਾਸਤੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜਿਸ ਵੇਲੇ ਆਪ ਜੀ ਦੀ ਸਰੀਰ ਕਾਰਬਲਾ ਬਚਪਨ ਦੀ ਸੀ, 6 ਸਾਲ ਦੀ ਮਹਾਰਾਜ ਦੀ ਸਰੀਰ ਕਾਰਬਲਾ ਸੀ, ਪਿਤਾ ਜੀ ਨੇ ਗੋਪਾਲ ਪਾਧੇ ਦੇ ਪਾਸ ਆਪ ਜੀ ਨੂੰ ਪੜ੍ਹਨੇ ਪਾਇਆ। ਪਹਿਲੇ ਦਿਨ ਉਹਨਾਂ ਨੇ ਜੋ ਪੜ੍ਹਾਇਆ ਆਪ ਜੀ ਨੇ ਪੜ੍ਹਿਆ, ਦੂਜੇ ਦਿਨ ਚੁੱਪ ਕਰਕੇ ਬੈਠੇ ਆ। ਪੜ੍ਹਾਉਣ ਵਾਲਾ ਗੋਪਾਲ ਪਾਧਾ ਕਹਿੰਦਾ ਹੈ ਕਿ ਸ੍ਰੀ ਨਾਨਕ ਜੀ, ਮੈਂ ਤਾਂ ਖਿਆਲ ਕੀਤਾ ਸੀ ਤੁਸੀਂ ਛੇਤੀ ਪੜ੍ਹ ਜਾਓਗੇ, ਕਿ ਕੱਲ ਬੜਾ ਸੋਹਣਾ ਪੜ੍ਹਿਆ ਸੀ, ਅੱਜ ਨਹੀਂ ਪੜ੍ਹਦੇ ਹੋ। ਮਹਾਰਾਜ ਚੁੱਪ ਰਹੇ। ਉਹਨੇ ਆਖਿਆ ਜੇ ਤੂੰ ਨਹੀਂ ਪੜ੍ਹਦਾ, ਆ ਸੋਟੀ ਵੇਖਦਾ, ਸੋਟੀ ਦੀ ਮਾਰ ਪਵੇਗੀ, ਕਿਉਂਕਿ ਉਸਤਾਦ ਪੜ੍ਹਾਉਣ ਵਾਲੇ ਉਹ ਦਬਕਾ ਕੇ ਵੀ ਪੜ੍ਹਾਉਂਦੇ ਆ, ਕਿਸੇ ਵੇਲੇ ਸੋਟੀ ਵੀ ਵਰਤ ਲੈਂਦੇ। ਅੱਜ ਕੱਲ੍ਹ ਨਹੀਂ, ਪਿਛਲੇ ਸਮੇਂ 'ਚ ਵਰਤਦੇ ਸਨ। ਅੱਜ ਤੋਂ ਥੋੜ੍ਹੇ ਸਾਲ ਪਹਿਲਾਂ ਵੀ ਪੜ੍ਹਾਉਣ ਵਾਲੇ ਬੱਚਿਆਂ ਨੂੰ ਤਾੜਨਾ ਕਰ ਲੈਂਦੇ ਸੀ। ਤਾਂ ਇਸ ਕਰਕੇ ਇਤਿਹਾਸ ਵਿੱਚ ਲਿਖਿਆ, ਉਹਨੇ ਆਖਿਆ ਖਾਏ ਸ਼ੂਸ਼ ਗਾਨ ਕੋ, ਤੂੰ ਸੋਟੀਆਂ ਖਾਵੇਂਗਾ ਜੇ ਨਹੀਂ ਪੜ੍ਹਦਾ। ਫਿਰ ਮਹਾਰਾਜ ਬੋਲੇ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਕਹਿਣ ਲੱਗੇ, ਪਾਧਾ ਜੀ ਤੁਸੀਂ ਪੜ੍ਹੇ ਹੋ ਜੋ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ? ਉਹਨੇ ਆਖਿਆ, ਸ੍ਰੀ ਨਾਨਕ ਜੀ ਹਾਂ ਮੈਂ ਪੜ੍ਹਿਆ। ਜਿਹੜੀ ਪੜ੍ਹਾਈ ਤੇਰੇ ਕੰਮ ਆਉਣੀ ਹੈ, ਲੇਖੇ ਜੋਖੇ ਦੀ, ਹਿਸਾਬ ਕਿਤਾਬ ਦੀ, ਤੇਰੇ ਪਿਤਾ ਪਟਵਾਰੀ ਆ, ਤੇ ਤੂੰ ਪੜ੍ਹ ਜਾਵੇਂਗਾ ਤੇ ਤੂੰ ਹੀ ਪਟਵਾਰੀ ਲੱਗ ਜਾਵੇਂਗਾ। ਮਹਾਰਾਜ ਸਾਹਿਬ ਕਹਿਣ ਲੱਗੇ, ਪਾਧਾ ਜੀ ਇਹ ਵਿਦਿਆ ਪੜ੍ਹ ਕੇ ਫਾਹੇ ਪੈਂਦੇ ਆ, ਇਹ ਵਿਦਿਆ ਪੜ੍ਹ ਕੇ ਲੇਖਾ ਦੇਣਾ ਪੈਂਦਾ। ਮੈਨੂੰ ਤੇ ਵਿਦਿਆ ਪੜ੍ਹਾਉਣੀ ਤੇ ਉਹ ਪੜ੍ਹਾਓ ਜਿਹਦੇ ਨਾਲ ਫਾਹੇ ਕੱਟੇ ਜਾਣ, ਬੰਧਨ ਕੱਟੇ ਜਾਣ, ਲੇਖਾ ਹੀ ਮੁੱਕ ਜਾਵੇ। ਹੈਰਾਨ ਹੋ ਗਿਆ ਪੜ੍ਹਾਉਣ ਵਾਲਾ ਬਜ਼ੁਰਗ ਗੋਪਾਲ ਪਾਧਾ। ਉਹਨੇ ਆਖਿਆ, ਸ੍ਰੀ ਨਾਨਕ ਜੀ ਉਹ ਕਿਹੜੀ ਵਿਦਿਆ ਜਿਸ ਨੂੰ ਪੜ੍ਹ ਕੇ ਲੇਖਾ ਨਹੀਂ ਦੇਣਾ ਪੈਂਦਾ? ਫਿਰ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਸ੍ਰੀ ਰਾਗ ਦਾ। ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲੇਖਾਰੀ,
गुर पुष लिख विचार, लिख नाम सालाहा लिख, लिख अंत न पारावार। बाबा एहो लेखा लिख जान, जिथे लेखा मंगीए तिथे होए सच्चा नीसान। रहाओ शब्द होर भी लंबेरा है अगे। महाराज कहन लगे बाबा शब्द वरत्या पढ़ाउण वाले उस्ताद वास्ते। कहन लगे पांधा जी बाबा जी ये लेखा लिखण वास्ते पहला शाही चाहिए, जिवें तुसीं भी लिखाउंदे हो ते शाही कलम नाल ही लिखिया जांदा ना, कागज दे उत्ते पट्टी दे उत्ते। इस लेखे वास्ते भी पहला शाही चाहिए। वो शाही किहड़ी है? जाल मोह, मोह नूं साड़ना, संबंधियां दा मोह, पदार्थां दा मोह, अपने शरीर दा मोह। ये ब्रह्म अग्नि के द्वारा, ब्रह्म अभ्यास के द्वारा, परमेश्वर वाहिगुरू जी के सिमरन भजन रूपी अग दे नाल ये मोह साड़ना। जाल मोह घस मस कर, इस तरह ये मस शाही तैयार करना। फिर कागज चाहिए, मत कागज कर सार। अपनी जिहड़ी मत है ना पादा जी, बुद्धि जिन्हों अकल भी कहते, हाँ इस मत्ती का कागज बनाओ, मत का कागज बनाओ। ते कागज साफ होवे ते उहदे ते लिखिया जाता। जिस कागज ते पहला ही लिखिया होवे उहदे ते दोबारा नहीं लिखिया जाता। पट्टी दे उत्ते ते गाजनी फेर के साफ कर लिया जाता है, स्लेट भी साफ करके दोबारा लिखिया जाता है। पर कागज जिस उत्ते पहला ही बहुत कुछ लिखिया होवे उहदे ते दूसरी बार नहीं लिखिया जाता। महाराज कहते बुद्धि का कागज बनाओ साफ, भावे बुद्धि रूपी कागज के उत्ते लिखना करो। ये सार श्रेष्ठ कागज बनाओ, मत का कागज, मत कागज कर सार। कलम केड़ी लैनी है? भावो कलम कर, भावना की कलम। पहला भावना बनाओ, भावो कलम कर, चित लिखारी, अपने चित नूं लिखारी लाओ। गुर पुछ लिख विचार। ते जिवें पादा जी तुसीं बच्चिआं नूं लिखाउंदे हो ना, इसे तरह ये लेखा गुरु साहब तो पुछ के लिखना विचार के। गुरु साहब के विचार के राही, गुरु साहब के उपदेश के राही ये लेखा लिखना। बुद्धि के कागज ते चित नूं लिखारी ला के भावना की कलम नाल। गोपाल पाधे ने आख्या जी लिखना की है? महाराज ने कहा 3 गल्लां लिखणीआं। एक तो करतार का नाम लिखना इस बुद्धि के कागज, दूसरी ओदी सिफत सलाह लिखनी है, तीसरी गल लिखनी है जिहदा मैं नाम जपदा हाँ, जिहदी मैं सलाहता करदा हाँ, ओहदा अंत पारावार नहीं आ सकता। लेख नाम सलाहा लेख, लेख अंत न पारावार। हे बाबा जी ये 3 गल्लां लिख लओगे ना ते फिर जिथे लेखा मंगिया जाएगा उत्थे तुहाडे कोले प्रमाण पत्र होवेगा, उत्थे तुहाडा लेखा ही मुक जाएगा। ये परवाना तुहाडे कोले होवेगा, उत्थे फिर कोई बंधन नहीं पवेगा। बाबा ये वो लेखा लिख जान, जिथे लेखा मंगी है तिथे होए सच्चा निशान। निहाल कर दिता पढ़ाउण वाले। पिता जी आए मेहता कल्याण चंद जी, गोपाल पाधे ने आखिया कि मैं आप जी के पुत्र श्री नानक जी को की पढ़ाउणा है। ये तो पहला ही पढ़े हुए हैं, ये तो दूसरियां नूं पढ़ाउणगे। पिंड पढ़ाए पढ़ रहे अवर पढ़ावनहार, ये तो होरनां नूं पढ़ाउण वाले। इस तरह फिर कुछ समा पा के हिंदी वाले संस्कृत वाले विद्वान कोले पिता जी छड्ड के आए से ब्रिजलाल पंडित कोले, उन्होंने भी उपदेश दे के निहाल कर दिता। कुछ समा बाद फारसी पढ़ाउण वाले मौलवी कुतुबदीन के कोले छड्ड के आए सी पिता जी। तिलंग राग का पहला शब्द उच्चारण करके जाति अर्ज गुप्तम पेश दो दरगोश पुन करतार, हक्का कबीर करीम तू बेऐब परवदगार,
ਇਹ ਸ਼ਬਦ ਉਚਾਰ ਕੇ ਮੌਲਵੀ ਦੇ ਉਸਤਾਦ ਨੂੰ ਵੀ, ਵਾਹਿਗੁਰੂ ਫਾਰਸੀ ਦੇ ਉਸਤਾਦ ਨੂੰ, ਮੌਲਵੀ ਨੂੰ ਵੀ ਨਿਹਾਲ ਕਰ ਦਿੱਤਾ ਸੀ ਮਹਾਰਾਜ ਸਾਹਿਬ ਜੀ। ਉਸਨੇ ਵੀ ਆਖਿਆ ਇਹ ਤਾਂ ਪਹਿਲਾਂ ਹੀ ਪੜ੍ਹੇ ਹੋਏ, ਮੇਰੇ ਕੋਲੇ 10 ਸਾਲਾਂ ਦੇ ਬੱਚੇ ਪੜ੍ਹਦੇ ਆ, ਅੱਜ ਤੱਕ ਉਹਨਾਂ ਨੂੰ ਇਹ ਫਾਰਸੀ ਲਿਖਣੀ ਨਹੀਂ ਆਉਂਦੀ, ਬੋਲਣੀ ਨਹੀਂ ਆਉਂਦੀ ਚੰਗੀ ਤਰ੍ਹਾਂ, ਪਰ ਇਹ ਪਹਿਲੇ ਦਿਨ ਆਏ ਆ ਤੇ ਫਾਰਸੀ ਦੇ ਵਿੱਚ ਕਲਾਮ ਬੋਲਦੇ ਪਏ। ਉਹਨੂੰ ਵੀ ਨਿਹਾਲ ਕਰ ਦਿੱਤਾ ਸੀ ਸਾਧ ਸੰਗਤ। ਤੋ ਮਹਾਰਾਜ ਸਾਹਿਬ ਜੀ ਨੇ ਵਿਦਿਆ ਦਾ ਤੱਤ, ਵਿਦਿਆ ਦਾ ਸਾਰ ਦੱਸਿਆ ਹੈ ਕਿ ਜਿੰਨਾ ਚਿਰ ਅਸੀਂ ਇਹ ਵਿਦਿਆ ਜੋ ਪੜ੍ਹਦੇ ਤੇ ਪੜ੍ਹਾਉਂਦੇ ਹਾਂ, ਜਿੰਨਾ ਚਿਰ ਇਹਦੇ ਸਿਧਾਂਤ ਨੂੰ ਨਹੀਂ ਸਮਝਦੇ, ਉਹਦੇ ਅਨੁਸਾਰ ਆਪਣੇ ਜੀਵਨ ਨੂੰ ਨਹੀਂ ਚਲਾਉਂਦੇ, ਆਪਣੇ ਹਿਰਦੇ ਵਿੱਚ ਨਹੀਂ ਧਾਰਨ ਕਰਦੇ, ਉਹਨਾਂ ਚਿਰ ਸਫਲਤਾ ਨਹੀਂ ਹੋਵੇ। ਮਹਾਰਾਜ ਕਹਿੰਦੇ ਪਾਧਾ ਪੜ੍ਹਿਆ ਆਖੀਐ, ਉਸ ਪਾਧੇ ਨੂੰ ਪੜ੍ਹਿਆ ਹੋਇਆ ਕਿਹਾ ਜਾ ਸਕਦਾ ਵਿਦਿਆ ਵਿਚਰੈ ਸਹਿਜ ਸੁਭਾਅ। ਜੋ ਵਿਦਿਆ ਦੀ ਆਪ ਵਿਚਾਰ ਕਰਦਾ, ਕਿਉਂਕਿ ਵਿਦਿਆ ਸਿਰਫ ਦੂਜੇ ਨੂੰ ਉਪਦੇਸ਼ ਦੇਣ ਵਾਸਤੇ ਜਾਂ ਦੂਜੇ ਨੂੰ ਪੜ੍ਹਾਉਣ ਵਾਸਤੇ ਹੀ ਨਹੀਂ ਹੈ। ਮਹਾਰਾਜ ਕਹਿੰਦੇ, ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਅਵਰੈ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤ। ਕਹਿੰਦੇ ਜੇ ਆਪ ਨਾ ਉਪਦੇਸ਼ ਧਾਰਨ ਕੀਤਾ, ਵਿਦਿਆ ਪੜ੍ਹ ਕੇ ਆਪ ਨਾ ਜੀਵਨ ਸਵਾਰਿਆ, ਤੇ ਫਿਰ ਆਪਣੇ ਆਪ ਨੂੰ ਕੋਈ ਸਵਾਦ ਨਹੀਂ ਆਉਣਾ। ਫਿਰ ਕਹਿੰਦੇ ਇਸ ਤਰ੍ਹਾਂ ਵਾ ਵੀ ਜਿਵੇਂ ਮੂੰਹ ਵਿੱਚ ਰੇਤਾ ਪਾਈਏ ਤੇ ਰੇਤ ਵਿੱਚੋਂ ਕੋਈ ਸਵਾਦ ਥੋੜਾ ਆਉਂਦਾ। ਮੁਖ ਮੈਂ ਪਰ ਹੈ ਰੇਤ, ਮੁਖ ਦੇ ਵਿੱਚ ਰੇਤਾ ਪਈ ਹੋਵੇ ਤੇ ਰੇਤਾ ਚੋਂ ਕਾਹਦਾ ਸਵਾਦ ਆਉਣਾ। ਖੰਡ ਪਾਈ ਹੋਵੇ ਤੇ ਮਿੱਠੇ ਦਾ ਸਵਾਦ ਆ ਜਾਵੇਗਾ, ਮੂੰਹ ਵਿੱਚ ਰੇਤ ਪਾਈ ਹੋਵੇ ਤੇ ਕਾਹਦਾ ਸਵਾਦ ਆਉਣਾ। ਕਹਿੰਦੇ ਜੇ ਆਪ ਨਹੀਂ ਵਿਦਿਆ ਨੂੰ ਧਾਰਨ ਕੀਤਾ, ਸਿਰਫ ਪੜ੍ਹਾਉਂਦਾ ਰਿਹਾ ਤੇ ਪ੍ਰਚਾਰਦਾ ਰਿਹਾ, ਉਹਦਾ ਸਵਾਦ ਕੋਈ ਆਪਣੇ ਆਪ ਨੂੰ ਨਹੀਂ ਆਇਆ। ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਗਿਰਾਨੀ ਰਾਖ ਤੇ ਖਾਇਆ ਘਰ ਦਾ ਖੇਤ। ਇਹ ਤਾਂ ਇਸ ਤਰ੍ਹਾਂ ਬਗਾਨੀ ਰਾਸੀ, ਬਗਾਨੀ ਪੂੰਜੀ ਦੀ ਰਾਖੀ ਕਰਦੇ ਰਹੇ ਤੇ ਘਰ ਦੇ ਖੇਤ ਹੀ ਉਜੜ ਗਏ, ਘਰ ਦਾ ਖੇਤ ਹੀ ਉਜੜ ਗਿਆ। ਸਤਿਗੁਰਾਂ ਨੇ ਵੀ ਫਰਮਾਇਆ, ਮਹਾਰਾਜ ਕਹਿੰਦੇ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਹੜਾ ਦੂਜੇ ਨੂੰ ਉਪਦੇਸ਼ ਦਿੰਦਾ, ਆਪ ਨਹੀਂ ਧਾਰਨ ਕਰਦਾ, ਉਹ ਆਉਂਦਾ ਜਾਂਦਾ ਜੰਮਦਾ ਮਰਦਾ। ਸਤਿਗੁਰੂ ਕਹਿੰਦੇ ਵਿਦਵਾਨ ਪਾਧਾ ਉਹ ਹੈ, ਪੜ੍ਹਾਉਣ ਵਾਲਾ ਉਹ ਹੈ ਜਿਹੜਾ ਵਿਦਿਆ ਦੀ ਵਿਚਾਰ ਕਰਕੇ ਆਪਣੇ ਹਿਰਦੇ 'ਚ ਵੀ ਧਾਰਨ ਕਰਦਾ, ਜੋ ਸਹਿਜ ਵਿੱਚ ਰਹਿੰਦਾ ਹੈ, ਸ੍ਰੇਸ਼ਟ ਭਾਵਨਾ ਵਿੱਚ ਰਹਿੰਦਾ ਹੈ। ਸੋ ਫਿਰ ਉਹਦੇ ਹਿਰਦੇ ਦੇ ਵਿੱਚ ਸੁਭਾਏ ਸ੍ਰੇਸ਼ਟ ਪ੍ਰਕਾਸ਼ ਹੋ ਜਾਂਦਾ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ। ਵਿਦਿਆ ਸੁਧੈ ਤਤ ਲਹੈ, ਜੋ ਵਿਦਿਆ ਦੀ ਸੁਧ ਹੈ, ਵਿਚਾਰ ਕਰਦਾ ਹੈ। ਸੁਧ ਹੈ ਨਾਮ ਹੈ ਵਿਚਾਰਨ ਦਾ, ਜੋ ਵਿਚਾਰ ਕਰਕੇ ਤਤ ਲਹੈ, ਤਤ ਸਿਧਾਂਤ ਨੂੰ ਗ੍ਰਹਿਣ ਕਰਦਾ, ਨਿਚੋੜ ਪ੍ਰਾਪਤ ਕਰਦਾ ਹੈ। ਰਾਮ ਨਾਮ ਲਿਵ ਲਾਏ, ਇਹ ਤਤ ਕੀ ਹੈ? ਤਤ ਇਹ ਹੈ, ਨਿਚੋੜ ਇਹ ਹੈ ਸਾਰੀ ਵਿਦਿਆ ਦਾ। ਸਿਮਰਤ ਵੇਦ ਪੁਰਾਣ, ਸਾਰੀਆਂ ਸਿਮਰਤੀਆਂ, ਸਾਰੇ ਵੇਦ, ਸਾਰੇ ਪੁਰਾਣ, ਉਹਨਾਂ ਸਾਰਿਆਂ ਦਾ ਤਤ ਨਿਚੋੜ ਇਹ ਆ, ਸਿੱਟਾ ਇਹ ਆ ਕਿ ਪ੍ਰਭੂ ਦੇ ਨਾਮ ਨਾਲ ਲਿਵ ਲਾਓ, ਰਾਮ ਨਾਮ ਲਿਵ ਲਾਏ। ਵਿਦਿਆ ਦੀ ਵਿਚਾਰ ਕਰਕੇ ਸਿਧਾਂਤ ਗ੍ਰਹਿਣ ਕਰੇ ਤੇ ਰਮੇ ਹੋਏ ਰਾਮ ਦੇ ਨਾਮ ਦੇ ਨਾਲ ਆਪਣੀ ਲਿਵ ਬਿਰਤੀ ਨੂੰ ਜੋੜ ਕੇ ਰੱਖੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਵੇਦਾਂ ਮਹਿ ਨਾਮ ਉਤਮ, ਸੋ ਸੁਣਹਿ ਨਾਹੀ, ਫਿਰ ਹੈ ਜਿਉ ਬੇਤਾਲਿਆ। ਨਾਮ ਦੀ ਮਹਿਮਾ ਸਾਰੀ ਵਿਦਿਆ ਕਰਦੀ, ਇਸ ਕਰਕੇ ਮਹਾਰਾਜ ਕਹਿੰਦੇ ਪ੍ਰਭੂ ਦੇ ਨਾਮ ਨਾਲ ਲਿਵ ਲਾਵੇ। ਮਨਮੁਖ ਵਿਦਿਆ ਵਿਕਰਦਾ, ਸਤਿਗੁਰੂ ਕਹਿੰਦੇ ਵੀ ਮਨਮੁਖ ਜੀਵ ਦੀ ਹਾਲਤ ਇਹ ਹੈ ਕਿ ਮਨਮੁਖ ਜੀਵ ਜਿਹੜਾ ਨਾ ਉਹ ਵਿਦਿਆ ਦੀ ਵਿਕਰੀ ਕਰਦਾ। ਜਿਵੇਂ ਬਾਕੀ ਸੰਸਾਰ ਦੇ ਲੋਕ ਹੋਰ ਚੀਜ਼ਾਂ ਵੇਚਦੇ ਆ, ਕੋਈ ਕਿਸੇ ਚੀਜ਼ ਨੂੰ ਵੇਚਦਾ, ਕੋਈ ਕਿਸੇ ਚੀਜ਼ ਨੂੰ ਵੇਚਦਾ ਹੈ, ਇਸੇ ਤਰ੍ਹਾਂ ਮਨਮੁਖ ਜੀਵ ਜਿਹੜਾ ਉਹ ਵਿਦਿਆ ਨੂੰ ਵੇਚਦਾ ਹੈ। ਮਨਮੁਖ ਵਿਦਿਆ ਵਿਕਰਦਾ, ਉਹ ਵਿਦਿਆ ਨੂੰ ਵੇਚਦਾ ਹੈ। ਪੜ੍ਹ ਕੇ ਭਾਵ ਆਪਣੇ ਜੀਵਨ ਵਿੱਚ ਧਾਰਨ ਨਹੀਂ ਕੀਤਾ ਉਪਦੇਸ਼ ਨੂੰ, ਤੇ ਸਿਰਫ ਵਿਦਿਆ ਨੂੰ ਵੇਚਦਾ ਹੀ ਹੈ। ਜਿਵੇਂ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਹੈ ਕਿ ਵਿਦਿਆ ਪੜ੍ਹਨੀ 3 ਪ੍ਰਕਾਰ ਦੀ ਹੈ। ਜਿਵੇਂ 3 ਪ੍ਰਕਾਰ ਦੇ ਮਣੀ ਵਾਲੇ ਸੱਪ ਹੁੰਦੇ ਨੇ, ਵਿਦਿਆ ਵੀ ਇੱਕ ਅਮੋਲਕ ਮਣੀ ਹੈ। ਉਹ 3 ਤਰ੍ਹਾਂ ਦੇ ਸੱਪਾਂ ਦੀ ਗਿਣਤੀ ਕੀਤੀ ਹੈ। ਇੱਕ ਸੱਪ
जो अपनी मणि नूं कढ के रखदा, वो सप दे मूँह दे विच मणि हुंदी है। कहंदे हेठां तालू इहदे विच करतार ने उहदे रखना जिहा बनाया, वो अपने मूँह दे विच ही रखदा है। कईयां ने जो लिखिया कि उहदे सिर दे विच हुंदी, पर महापुरखां जिक्र कीता कि वो अपने तालूए दे विच रखदा है। विरले विरले मणि वाले सप हुंदे ने, करतार की रचना इहदा कोई अंत नहीं। ते ओ मणि वाले सप्पां दे भी 3 प्रकार की किस्म है। एक पहले तरह के इस तरह के आ कि वो अपनी मणि नूं कढ के जो रात के हनेरे विच रखते हैं ते ओ लिशकां पैंदियां उहदे विचों। चंद्रमा की रात नूं जदों कढ के रखते हैं तो किरणां लिशक पैंदी है, ते कीड़े मकौड़े वो मणि के दुआले इकट्ठे हो जाते, कीड़े मकौड़े। फिर वो सप कीड़ियां मकौड़ियां नूं खा के अपना पेट भरदा, ਉਹਦੇ ਤੋਂ ਇੰਨਾ ਕੀ ਗੁਜ਼ਾਰਾ ਕਰਦਾ। ਦੂਜਾ ਮਣੀ ਵਾਲਾ ਸੱਪ ਜਿਹੜਾ ਹੈ ਉਹ ਵੀ ਆਪਣੀ ਮਣੀ ਕੱਢ ਕੇ ਰੱਖਦਾ ਹੈ। ਉਹ ਹੰਕਾਰ ਵਿੱਚ ਆ ਕੇ ਵੀ ਮੇਰੇ ਕੋਲੇ ਮਣੀ ਆ, ਮੈਂ ਮਣੀ ਵਾਲਾ ਸੱਪ ਆ, ਇਸੇ ਗੱਲ ਵਿੱਚ ਹੀ ਫੂੰ ਫੂੰ ਕਰਦਾ, ਫੁੰਕਾਰੇ ਮਾਰੀ ਜਾਂਦਾ, ਫੁੰਕਾਰੇ ਮਾਰਦਾ ਮਾਰਦਾ ਫੰਨਾ ਮਾਰਦਾ, ਹੰਕਾਰ ਕਰਦਾ। ਉਹ ਰੇਤਾ ਘੱਟਾ ਮਿੱਟੀ ਮਣੀ ਦੇ ਉੱਤੇ ਪੈ ਜਾਂਦਾ ਤੇ ਮਣੀ ਗਵਾ ਕੇ ਤੁਰਦਾ ਬਣਦਾ, ਉਹ ਗਵਾਚ ਜਾਂਦੀ। ਤੀਜਾ ਅਸਲ ਮਣੀ ਵਾਲਾ ਸੱਪ ਹੈ ਜਿਹੜਾ ਆਪਣੀ ਮਣੀ ਕੱਢਦਾ ਹੈ ਤੇ ਪੁੰਨਿਆਂ ਦੀ ਰਾਤ ਨੂੰ, ਅੱਜ ਜਿਵੇਂ ਪੂਰਨਮਾਸ਼ੀ ਹੈ, ਪੁੰਨਿਆਂ ਦੀ ਰਾਤ ਨੂੰ, ਇਹ ਪੂਰਨਮਾਸ਼ੀ ਦੀ ਰਾਤ ਨੂੰ ਜਦੋਂ ਕੱਢ ਕੇ ਰੱਖਦਾ ਤੇ ਫਿਰ ਚੰਦਰਮਾ ਦੀਆਂ ਰਿਸ਼ਮਾਂ ਪੈਂਦੀਆਂ ਉਸ ਮਣੀ ਦੇ ਉੱਤੇ, ਉਹਦੇ ਵਿੱਚੋਂ ਇੱਕ ਤਰ੍ਹਾਂ ਦਾ ਜਲ ਸਿਮਰਦਾ, ਵਿੱਚੋਂ ਸਿਮਦਾ ਹੈ। ਉਹ ਸੱਪ ਵਾਸਤੇ ਇੱਕ ਤਰ੍ਹਾਂ ਦਾ ਅੰਮ੍ਰਿਤ ਹੈ। ਉਹ ਅੰਮ੍ਰਿਤ ਵਿੱਚੋਂ ਸਿਮਦਾ ਹੈ ਤੇ ਉਹਨੂੰ ਉਹ ਚੱਟਦਾ ਹੈ ਤੇ ਚੱਟ ਕੇ ਆਪਣੀ ਜ਼ਹਿਰ ਮੇਟ ਲੈਂਦਾ। ਕਹਿੰਦੇ ਵੀ 1 ਮਹੀਨੇ ਦੀ ਜ਼ਹਿਰ ਉਹਦੀ ਮਿਟ ਜਾਂਦੀ ਹੈ। ਅਗਲੀ ਪੂਰਨਮਾਸ਼ੀ ਦੀ ਰਾਤ ਨੂੰ ਫਿਰ ਉਹ ਮਣੀ ਕੱਢ ਕੇ ਇਸੇ ਤਰ੍ਹਾਂ ਉਹਨੂੰ ਚੱਟ ਕੇ ਉਸ ਜਲ ਨੂੰ ਤੇ ਆਪਣੀ ਜ਼ਹਿਰ ਮੇਟ ਲੈਂਦਾ। ਉਹ ਆਪਣੀ ਜ਼ਹਿਰ ਮਿਟਦਾ, ਸਹੀ ਜਿਹੜਾ ਕੰਮ ਹੈ ਉਹ ਲੈਂਦਾ ਹੈ ਮਣੀ ਤੋਂ। ਉਹ ਤੀਸਰੀ ਪ੍ਰਕਾਰ ਦਾ ਜਿਹੜਾ ਸੱਪ ਹੈ, ਉਹਦਾ ਜ਼ਿਕਰ ਕੀਤਾ ਮਹਾਰਾਜ ਨੇ ਗੁਰਬਾਣੀ ਵਿੱਚ ਵੀ। ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਚੰਦਰਮਾ ਦੀਆਂ ਰਿਸ਼ਮਾਂ ਜਦੋਂ ਉੱਤੇ ਪੈਂਦੀਆਂ, ਉਹਦੇ ਚੋਂ ਅੰਮ੍ਰਿਤ ਸਿਮਦਾ। ਉਹ ਸੱਪ ਵਾਸਤੇ ਇੱਕ ਤਰ੍ਹਾਂ ਦਾ ਅੰਮ੍ਰਿਤ ਹੈ। ਅੰਮ੍ਰਿਤ ਬਹੁਤ ਚੀਜ਼ਾਂ ਨੂੰ ਆਖਿਆ ਗੁਰਬਾਣੀ ਵਿੱਚ। ਜੋ ਨਾਮ ਅੰਮ੍ਰਿਤ ਹੈ ਉਹ ਤਾਂ ਮਹਾਨ ਹੈ, ਸਭ ਤੋਂ ਵੱਡਾ ਹੈ। ਜੋ ਖੰਡੇ ਬਾਟੇ ਦਾ ਅੰਮ੍ਰਿਤ ਉਹ ਤਾਂ ਮਹਾਨ ਹੈ, ਪਰ ਅੰਮ੍ਰਿਤ ਉਹਨੂੰ ਵੀ ਆਖਿਆ ਜਾਂਦਾ ਵਾ ਜਿਹੜਾ ਜ਼ਹਿਰ ਮੇਟੇ ਤਾਂ ਜਿਹੜਾ ਜੀਵਨ ਦੇਵੇ। ਜਿਵੇਂ ਗੁਰਬਾਣੀ ਵਿੱਚ ਪ੍ਰਸ਼ਾਦੇ ਨੂੰ ਵੀ ਅੰਮ੍ਰਿਤ ਆਖਿਆ ਹੈ, ਦੁੱਧ ਨੂੰ ਵੀ ਅੰਮ੍ਰਿਤ ਆਖਿਆ ਹੈ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ। ਉੱਥੇ ਅੰਮ੍ਰਿਤ ਕੋਈ ਨਾਮ ਨੂੰ ਜਾਂ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਨਹੀਂ ਆਖਿਆ, ਉੱਥੇ ਖੜ ਖਾਵੈ ਅੰਮ੍ਰਿਤ ਦੇ। ਉੱਥੇ ਦੁੱਧ ਨੂੰ ਅੰਮ੍ਰਿਤ ਆਖਿਆ, ਕਿਉਂਕਿ ਦੁੱਧ ਵੀ ਸੰਸਾਰ ਨੂੰ ਜ਼ਿੰਦਗੀ ਦਿੰਦਾ, ਜੀਵਨ ਦਿੰਦਾ। ਪਾਣੀ ਵੀ ਜੀਵਨ ਦਿੰਦਾ, ਪ੍ਰਸ਼ਾਦਾ ਵੀ ਜੀਵਨ ਦਿੰਦਾ। ਰੋਟੀ ਨਾ ਮਿਲੇ ਨਾ ਤੇ ਭੁੱਖੇ ਬੰਦੇ ਦਾ ਚਿਹਰਾ ਮੁਰਝਾ ਜਾਂਦਾ। ਪ੍ਰਸ਼ਾਦਾ ਛਕਿਆ ਹੋਵੇ ਤੇ ਐ ਖਿੜ ਜਾਂਦਾ ਵੀ ਹੁਣ ਚੰਗੀ ਤਰ੍ਹਾਂ ਤ੍ਰਿਪਤ ਹਾਂ। ਇਸ ਕਰਕੇ ਜਿਹ ਪ੍ਰਸਾਦ ਸ਼ਕਤੀ ਹੀ ਅੰਮ੍ਰਿਤ ਖਾਹੇ, ਇਸ ਠਾਕੁਰ ਕੋ ਰੱਖ ਮਨ ਮਾਇਓ। ਤੇ 36 ਪ੍ਰਕਾਰ ਦੇ ਭੋਜਨਾਂ ਨੂੰ ਅੰਮ੍ਰਿਤ ਆਖਿਆ, ਉਹ ਵੀ ਜੀਵਨ ਦੇਣ ਵਾਲੇ। ਤਾਂ ਇਸ ਤਰ੍ਹਾਂ ਉਹ ਜਿਹੜਾ ਸੱਪ ਹੈ ਉਹ ਆਪਣੀ ਜ਼ਹਿਰ ਮੇਟ ਲੈਂਦਾ ਉਹਦੇ ਤੋਂ ਅੰਮ੍ਰਿਤ ਜਗ ਕਰਕੇ ਮਣੀ ਤੋਂ। ਇਸੇ ਤਰ੍ਹਾਂ ਇਹ 3 ਪ੍ਰਕਾਰ ਦੀ ਵਿਦਿਆ ਦਾ ਜ਼ਿਕਰ ਕੀਤਾ। ਕਹਿੰਦੇ ਵਿਦਿਆ ਇੱਕ ਮਣੀ ਹੈ ਅਮੋਲਕ। ਜਿਵੇਂ ਪਹਿਲੀ ਪ੍ਰਕਾਰ ਦਾ ਜਿਹੜਾ ਸੱਪ ਸੀ ਨਾ, ਉਹ ਕੱਢ ਕੇ ਰੱਖਦਾ ਹੈ ਮਣੀ ਨੂੰ ਤੇ ਕੀੜੇ ਮਕੌੜੇ ਇਕੱਠੇ ਹੁੰਦੇ, ਉਹਨੂੰ ਖਾ ਕੇ ਢਿੱਡ ਭਰੀ ਜਾਂਦੇ। ਕਹਿੰਦੇ ਵਿਦਿਆ ਹੈ ਤਾਂ ਅਮੋਲਕ ਰਤਨ, ਮਨਮੁਖ ਵਿਦਿਆ ਵਿਕਰਦਾ, ਪਰ ਮਨਮੁਖ ਜੀਵ ਨੇ ਇਸ ਰਤਨ ਨੂੰ ਸਮਝਿਆ ਨਹੀਂ। ਇਹ ਸਿਰਫ ਇਹਦੇ ਤੋਂ ਪੈਸੇ ਰੂਪੀ ਪੈਸੇ ਇਕੱਠੇ ਕਰਕੇ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਵਿੱਚ ਹੀ ਰਹਿੰਦਾ। ਇੱਥੋਂ ਤੀਕ ਹੀ ਵੀ ਮਾਇਆ ਪ੍ਰਾਪਤ ਹੋ ਜਾਵੇ ਵਿਦਿਆ ਤੋਂ, ਆਪਣਾ ਪੇਟ ਭਰ ਲਿਆ, ਆਪਣੇ ਪਰਿਵਾਰ ਦਾ ਪੇਟ ਭਰ ਲਿਆ। ਇਹ ਪਹਿਲੀ ਤਰ੍ਹਾਂ ਦੇ ਸੱਪ ਦੀ ਤਰ੍ਹਾਂ। ਤੇ ਦੂਸਰਾ ਜਿਹੜਾ ਹੈ ਉਹ ਹੰਕਾਰ ਵਿੱਚ ਆ ਕੇ ਫਨ ਮਾਰਦਾ ਤੇ ਮਣੀ ਗਵਾ ਲੈਂਦਾ। ਦੂਜੀ ਤਰ੍ਹਾਂ ਦਾ ਮਨੁੱਖ ਉਹ ਹੈ ਵਿਦਿਆ ਤੇ ਹਾਸਲ ਹੋਏ ਪਰ ਹੰਕਾਰ ਦੇ ਵਿੱਚ ਫੁੰਕਾਰੇ ਮਾਰੀ ਜਾਂਦਾ ਵੀ ਮੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ। ਜਿੰਨੀ ਮੈਨੂੰ ਵਿਦਿਆ ਆਉਂਦੀ, ਮੇਰੇ ਵਰਗਾ ਵਿਦਵਾਨ ਕੌਣ। ਉਹ ਹੰਕਾਰ ਦੇ ਵਿੱਚ ਹੀ ਆਪਣਾ ਫਨ ਮਾਰਦਾ ਮਾਰਦਾ
ਤੇ ਵਿਦਿਆ ਆਪਣੀ ਗਵਾ ਕੇ ਚਲੇ ਜਾਂਦਾ, ਜੀਵਨ ਬਰਬਾਦ ਕਰਕੇ ਚਲੇ ਜਾਂਦਾ। ਅਸਲ ਉਹ ਹੈ ਵਿਦਵਾਨ ਤੀਜੀ ਪ੍ਰਕਾਰ ਦੇ ਸੱਪ ਦੀ ਤਰ੍ਹਾਂ, ਜਿਸ ਨੇ ਵਿਦਿਆ ਰੂਪੀ ਮਣੀ ਨੂੰ ਪ੍ਰਾਪਤ ਕਰਕੇ ਉਹਦੇ ਤੋਂ ਅੰਮ੍ਰਿਤ ਪ੍ਰਾਪਤ ਕੀਤਾ ਤੇ ਆਪਣੀ ਜ਼ਹਿਰ ਮੇਟੀ। ਜਿਸ ਨੇ ਇਹ ਬ੍ਰਹਮ ਵਿਦਿਆ ਰੂਪੀ ਮਣੀ ਨੂੰ ਪ੍ਰਾਪਤ ਕਰਕੇ ਇਹਨੂੰ ਪੜ੍ਹਿਆ, ਅਭਿਆਸ ਕੀਤਾ ਤੇ ਆਪਣੇ ਵਿਕਾਰਾਂ ਦੀ ਜ਼ਹਿਰ ਮੇਟੀ ਤੇ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਕੀਤਾ ਤੇ ਆਪਣੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਧਾਰਨ ਕਰਕੇ ਬ੍ਰਹਮ ਵਿਦਿਆ ਨੂੰ ਵਸਾ ਕਰਕੇ ਆਪਣੀ ਵੀ ਕਲਿਆਣ ਕੀਤੇ ਤੇ ਬਾਕੀ ਸੰਗੀਆਂ ਸਾਥੀਆਂ ਨੂੰ ਵੀ ਨਾਮ ਦੇ ਨਾਲ, ਬਾਣੀ ਨਾਲ ਜੋੜਿਆ, ਵਿਕਾਰਾਂ ਰੂਪੀ ਜ਼ਹਿਰ ਮੇਟੀ, ਉਹ ਕਲਿਆਣ ਨੂੰ ਪ੍ਰਾਪਤ ਹੋਇਆ, ਉਹਦਾ ਸਫਲਾ ਹੋਇਆ ਇਹ ਵਿਦਿਆ ਰੂਪੀ ਮਣੀ ਧਾਰਨ ਕੀਤੀ ਹੋਈ। ਤਾਂ ਮਹਾਰਾਜ ਸਾਹਿਬ ਕਹਿੰਦੇ ਮਨਮੁਖ ਦੀ ਐਸੀ ਹਾਲਤ ਹੈ, ਉਹ ਤਾਂ ਵਿਦਿਆ ਨੂੰ ਵੇਚਦਾ ਹੀ ਰਹਿੰਦਾ ਹੈ। ਬਿੱਖ ਜ਼ਹਿਰ ਨੂੰ ਹੀ ਖੱਟਦਾ ਹੈ ਤੇ ਬਿੱਖ ਜ਼ਹਿਰ ਨੂੰ ਹੀ ਖਾਂਦਾ। ਮਾਇਆ ਰੂਪੀ ਜ਼ਹਿਰ ਨੂੰ ਹੀ ਖੱਟਦਾ ਹੈ, ਕਮਾਉਂਦਾ ਹੈ, ਮਾਇਆ ਰੂਪੀ ਜ਼ਹਿਰ ਨੂੰ ਹੀ ਖਾਂਦਾ ਹੈ। ਮੂਰਖ ਸ਼ਬਦ ਨਾ ਜੀਣੈ। ਇਸੇ ਤਰ੍ਹਾਂ ਫਿਰ ਵਿਸ਼ੇ ਵਿਕਾਰਾਂ ਰੂਪੀ ਜ਼ਹਿਰ ਨੂੰ ਖੱਟਦਾ ਹੈ ਤੇ ਵਿਸ਼ੇ ਵਿਕਾਰਾਂ ਰੂਪੀ ਜ਼ਹਿਰ ਨੂੰ ਹੀ ਉਹ ਖਾਂਦਾ ਰਹਿੰਦਾ ਹੈ। ਉਸ ਨੇ ਬ੍ਰਹਮ ਵਿਦਿਆ ਤੋਂ, ਇਹ ਵੇਦਾਂ ਸ਼ਾਸਤਰਾਂ ਧਰਮ ਗ੍ਰੰਥਾਂ ਦੀ ਵਿਦਿਆ ਤੋਂ ਲਾਭ ਪ੍ਰਾਪਤ ਜਿਹੜਾ ਕਰਨਾ ਸੀ ਨਾ, ਆਤਮਿਕ ਜੀਵਨ ਦੀ ਸੂਝ-ਬੂਝ ਵਾਲਾ, ਉਹ ਨਾ ਪ੍ਰਾਪਤ ਕੀਤਾ। ਮੂਰਖ ਸ਼ਬਦ ਨਾ ਚੀਨਈ। ਮਹਾਰਾਜ ਕਹਿੰਦੇ ਬੇਸਮਝ ਜੀਵ, ਮੂਰਖ ਜੀਵ ਗੁਰੂ ਕੇ ਸ਼ਬਦ ਨੂੰ, ਉਪਦੇਸ਼ ਨੂੰ ਨਹੀਂ ਜਾਣਦਾ, ਗੁਰੂ ਕੇ ਸ਼ਬਦ ਦੁਆਰਾ ਸ਼ਬਦ ਬ੍ਰਹਮ ਨੂੰ ਨਹੀਂ ਜਾਣਦਾ। ਸੂਝ ਬੂਝ ਨਹਿ ਕਾਏ। ਇਹ ਆਤਮਿਕ ਜੀਵਨ ਦੀ, ਰੂਹਾਨੀਅਤ ਦੀ ਸੂਝ-ਬੂਝ ਨਹੀਂ ਹੈ ਕੋਈ ਵੀ ਮਨਮੁਖ ਜੀਵ। ਉਹ ਪੜ੍ਹਦਾ ਤੇ ਹੈ, ਵਿਦਿਆ ਨੂੰ ਪੜ੍ਹਾਉਂਦਾ ਵੀ ਹੈ, ਬਸ ਖਾਣ ਪੀਣ ਤੱਕ ਹੀ ਸੀਮਤ ਹੈ, ਪੇਟ ਪਾਲਣ ਦੀ ਕੀ, ਪਰਿਵਾਰ ਪਾਲਣ ਦੀ ਕੀ ਸੀਮਤ ਹੈ। ਆਤਮਿਕ ਸੂਝ-ਬੂਝ ਨਹੀਂ ਹਾਸਲ ਕੀਤੀ ਹੈ। ਨਿਰਗੁਣ ਸਰੂਪ ਦੀ ਸੂਝ, ਸਰਗੁਣ ਸਰੂਪ ਦੀ ਬੂਝ, ਸੋ ਇਹ ਨਹੀਂ ਹਾਸਲ ਕੀਤੀ ਹੈ। ਉਸਨੇ ਸੂਝ-ਬੂਝ ਜਿਹੜੀ ਹੈ ਸੁੱਧ ਹਾਸਲ ਕਰਨੀ ਸੀ ਨਾ, ਸਮਝ ਹਾਸਲ ਕਰਨੀ ਸੀ, ਗਿਆਨ ਪ੍ਰਾਪਤ ਕਰਕੇ ਉਹ ਨਹੀਂ ਹਾਸਲ ਕੀਤਾ। ਤੇ ਮਨਮੁਖ ਜੀਵ ਉਹ ਵਿਦਿਆ ਨੂੰ ਵੇਚਦਾ ਹੋਇਆ ਆਪਣੇ ਜੀਵਨ ਨੂੰ ਨਿਸਫਲ ਹੀ ਗਵਾ ਕੇ ਚਲੇ ਜਾਂਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 53ਵੀਂ ਪੌੜੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ। ਸੋ ਇਸ ਪਵਿੱਤਰ ਬਾਣੀ ਦੀਆਂ 53 ਪੌੜੀਆਂ ਹਨ ਦਸਵੀਂ ਓਂਕਾਰ ਦੀਆਂ। ਜੋ ਅਖੀਰਲੀ ਪੌੜੀ ਹੈ ਉਹਦੀ ਵਿਚਾਰ ਕੱਲ ਦੇ ਦੀਵਾਨ ਵਿੱਚ ਹੋਵੇਗੀ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਵੋ ਸੱਜਣ ਅਸੀਸ ਅੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਮਨਮੁਖ ਵਿਦਿਆ ਵਿਕਰਦਾ, ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨਾਈ, ਸੂਝ ਬੂਝ ਨਹਿ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।